ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਮਨ ਕਰਦੇ ਹੋ ਮਹਾਰਾਜ ਪਾਤਸ਼ਾਹ। ਅੱਜ ਦੀ ਅਗਰ ਪੌੜੀ ਕੋਈ ਪੜ੍ਹਦੇ ਤਾਂ ਫਿਰ ਵਿਚਾਰ ਸ਼ੁਰੂ ਕਰੀਏ। ਇੱਥੇ ਕਨੈਕਸ਼ਨ ਇਸੇ ਤਰ੍ਹਾਂ ਹੈ। ਵਾਹਿਗੁਰੂ ਜੀ। ਤੀਰਥ ਤਪ ਦਇਆ ਤਤ ਦਾਨ, ਜੇ ਕੋ ਭਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ। ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰੁੱਤੀ ਮਾਹ ਕਵਣ, ਚਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨ ਪਾਇਓ ਕਾਦੀਆਂ, ਜੇ ਲਿਖਨ ਲੇਖ ਪੁਰਾਣ। ਥਿਤ ਵਾਰ ਨ ਜੋਗੀ ਜਾਣੈ, ਰੁੱਤ ਮਾਹ ਨ ਕੋਈ। ਜਾ ਕਰਤਾ ਸੋ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਆਖੈ, ਇਕ ਦੋ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅਗੇ ਗਿਆਨ ਨਾ ਸੋਹੈ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੀਰਥ ਤਪ ਦਇਆ ਤਤ ਦਾਨ। ਜੀਵਨ ਦਾ ਫੋਕਸ ਕੀ ਹੈ? ਜਾਂ ਤਾਂ ਜੀਵਨ ਮੌਤ ਦੀ ਉਡੀਕ ਹੋ ਸਕਦਾ ਹੈ, ਔਰ ਉਸ ਉਡੀਕ ਵਿੱਚ ਅਸੀਂ ਅਨੇਕ ਤਰ੍ਹਾਂ ਦੇ ਕਰਮ ਕਰਦੇ ਹਾਂ ਆਪਣੇ ਰੁਝੇਵੇਂ ਨੂੰ ਚਲਾਉਣ ਵਾਸਤੇ। ਇਹ ਇੱਕ ਤਰੀਕਾ ਜੀਣ ਦਾ। ਜ਼ਿਆਦਾਤਰ ਦੁਨੀਆ ਇਸੇ ਤਰ੍ਹਾਂ ਜੀ ਰਹੀ ਹੈ। ਮੌਤ ਦੀ ਉਡੀਕ ਕਰਦੀ ਹੈ, ਮੌਤ ਨੂੰ ਭੁੱਲਣ ਦੇ ਕਈ ਤਰੀਕੇ ਲੱਭਦੀ ਹੈ, ਔਰ ਉਹ ਸਭ ਬਾਹਰ ਮੁਖੀ ਲੱਭਦੀ ਹੈ। ਮੈਲ ਤਾਂ ਉਹ ਹੈ ਜੋ ਦੁਨੀਆ ਨਾਲ ਜੋੜਦੀ ਹੈ। ਕੋਈ ਵੀ ਕਰਮ ਸਾਨੂੰ ਦੁਨੀਆ ਨਾਲ ਜੋੜੇਗਾ, ਅਧਿਆਤਮ ਨਾਲ ਤੋੜ ਦੇਗਾ। ਜੇ ਅਧਿਆਤਮ ਨੂੰ ਜੁੜ ਕੇ ਜੀਵਨ ਜੀਆ ਜਾਏ ਤਾਂ ਹਰ ਪੱਖ ਤੋਂ ਜੀਵਨ ਵਿੱਚ ਵਿਕਾਸ ਹੈ। ਔਰ ਅਗਰ ਕਰਮ ਕਰਨ ਨਾਲ ਸਾਨੂੰ ਦੁਨੀਆ ਤੋਂ ਜੁੜ ਕੇ ਅਸੀਂ ਅਧਿਆਤਮ ਨੂੰ ਭੁੱਲ ਜਾਂਦੇ ਹਾਂ ਤਾਂ ਫਿਰ ਉਹ ਮੈਲ ਹੈ। ਕਿਸ ਜੀਵਨ ਨੂੰ ਜੀ ਰਹੇ ਹਾਂ ਅਸੀਂ? ਮੇਰਾ ਮਨ ਕਿਸ ਪਾਸੇ ਨੂੰ ਜਾ ਰਿਹਾ ਹੈ? ਮੈਂ ਆਪਣੇ ਮਨ ਨੂੰ ਟਟੋਲਾਂ, ਇਹਨੂੰ ਫਰੋਲਾਂ, ਇਹਦੇ ਰੋਜ਼ ਦਰਸ਼ਨ ਕਰਾਂ, ਇਹਨੂੰ ਦੇਖਾਂ ਕਿਧਰ ਨੂੰ ਜਾਂਦਾ ਹੈ। ਨਾਮ ਨਾਲ ਜੁੜਦਾ ਹੈ ਕਿ ਨਹੀਂ ਜੁੜਦਾ ਹੈ? ਨਾਮ ਨਾਲ ਇਹਦਾ ਸਾਥ ਹੈ ਕਿ ਨਹੀਂ ਹੈ? ਗੱਲ ਇਸ ਤਰ੍ਹਾਂ ਹੈ ਕਿ ਅਸੀਂ ਜਦੋਂ ਜੀਵਨ ਦੇ ਵਿੱਚ ਬਾਹਰਲੇ ਮੁਖੀ ਕਰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਅੰਤਰਮੁਖੀ ਜੀਵਨ ਤੋਂ ਉਲਟ ਹੋ ਜਾਂਦਾ ਹੈ। ਜਿਹੜੀ ਪੰਕਤੀ ਸਾਹਿਬ ਸਾਨੂੰ ਸ਼ੁਰੂਆਤ 'ਚ ਇਸ ਪੌੜੀ 'ਚ ਦੱਸਦੇ ਹੈ, ਇਹ ਸਭ ਬਾਹਰ ਮੁਖੀ ਕਰਮ ਨੇ। ਮੈਂ ਤੀਰਥ ਜਾਂਦਾ ਵਾਂ, ਦਾਨ ਕਰਦਾ ਵਾਂ, ਇਸ ਭਾਵ ਨਾਲ ਨਹੀਂ, ਸੈਲਫਲੈਸਨੈਸ ਦੇ ਵਿੱਚ ਨਹੀਂ, ਬਲਕਿ ਇੱਕ ਤਰ੍ਹਾਂ ਦਾ ਵਪਾਰੀ ਬਣ ਕੇ। ਤਪ ਕਰਦਾ ਵਾਂ ਤਾਂ ਉਹਦਾ ਵੀ ਵਪਾਰ ਬਣਾ ਦਿੰਦਾ ਹਾਂ। ਦਇਆ ਦਿਖਾਉਂਦਾ ਹਾਂ ਦੁਨੀਆ ਨੂੰ, ਨਾਲ ਜਤਾ ਲੈਂਦਾ ਹਾਂ ਕਿ ਮੈਂ ਦਇਆ ਜਤਾਈ ਹੈ। ਇਹ ਮਨ ਸੰਕੀਰਣ ਹੋ ਰਿਹਾ ਹੈ। ਮਨ ਦੇ ਵਿੱਚ ਫੈਲਾਓ ਨਹੀਂ ਆ ਸਕਦਾ। ਇਹ ਆਪਣੇ ਬਲ ਵਿੱਚ ਵੀ ਕਮਜ਼ੋਰ ਹੋ ਜਾਏਗਾ ਔਰ ਆਪਣੀ ਸੋਚ ਵਿੱਚ ਵੀ ਸੰਕੀਰਣ ਹੋ ਜਾਏਗਾ। ਸੰਕੀਰਣ ਤੋਂ ਭਾਵ ਹੈ ਸਮੌਲ ਮਾਈਂਡ ਹੋ ਜਾਏਗਾ, ਕਿਉਂਕਿ ਫੈਲਾਵ ਜਿਹੜਾ ਹੈ ਉਹ ਪ੍ਰੇਮ ਨਾਲ ਹੀ ਜੁੜ ਸਕਦਾ ਹੈ। ਉੱਥੇ ਪ੍ਰੇਮ ਦੀ ਬੁਨਿਆਦੀ ਲੋੜ ਹੈ, ਔਰ ਉਹ ਪ੍ਰੇਮ ਕਿਸੇ ਵਸਤੂ, ਕਿਸੇ ਜਨ ਨਾਲ ਨਹੀਂ। ਨਿਰੰਕਾਰ ਦੀ ਪ੍ਰਾਪਤੀ ਵਿੱਚ, ਅੰਤਰ ਦੇ ਖੇੜੇ ਦੇ ਵਿਕਾਸ ਵਿੱਚ ਪ੍ਰੇਮ ਉੱਠਦਾ ਹੈ। ਅਸਲ ਪ੍ਰੇਮ ਦੁਨੀਆ ਦਾ ਉਹੀ ਹੈ। ਬਾਕੀ ਸਭ ਪ੍ਰੇਮ ਸਾਨੂੰ
ਉਸ ਦੀ ਰਿਫਲੈਕਸ਼ਨ ਵਾਂਗ ਪ੍ਰਤੀਬਿੰਬ ਆਮ ਦੁਨੀਆ ਵਿੱਚ ਦਿਖਦੀ ਹੈ। ਮਹਾਰਾਜ ਕਹਿ ਰਹੇ ਹਨ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਮਾਣ ਲੈਣ ਵਾਸਤੇ ਜੋ ਕਰਮ ਮੈਂ ਕੀਤੇ ਨੇ ਉਹ ਤਿਲ ਹੀ ਮਿਲੇਗਾ ਉਹਦੇ ਚ। ਮੈਂ ਕਿਸੇ ਤੋਂ ਮਾਣ ਲਿਆ, ਉਸੇ ਵਿੱਚ ਚਾਰੋਂ ਕਰਮ ਕੀਤੇ, ਚਾਹੇ ਦਾਨ ਕੀਤਾ, ਤਪ ਕੀਤਾ, ਤੀਰਥ ਨੂੰ ਗਿਆ, ਇਹ ਸਾਰੇ ਕਰਮ ਬਾਹਰਲੇ ਮੁਖੀ ਨੇ, ਅੰਤਰਮੁਖੀ ਚ ਇਹਨਾਂ ਦਾ ਕੋਈ ਲਾਭ ਨਹੀਂ ਹੈ। ਉਹਦੀ ਧਰਮ ਦਾ ਬਹੁਤ ਮੰਨਿਆ ਹੋਇਆ ਸਾਧੂ ਹੈ ਬੁੱਧ ਧਰਮ ਦਾ। ਚੀਨ ਗਿਆ ਬੁੱਧਿਜ਼ਮ ਦੀ ਗੱਲ ਕਰਨ ਵਾਸਤੇ, ਤਾਂ ਪਹਿਲੇ ਰਾਜੇ ਨੂੰ ਜਾ ਕੇ ਮਿਲਿਆ, ਬੜਾ ਪਹੁੰਚਿਆ ਪੁਰਸ਼ ਸੀ। ਥੋੜਾ ਜਿਹਾ ਜਿਹੜਾ ਅਧਿਆਤਮ ਨਾਲ ਜੁੜ ਜਾਂਦਾ ਹੈ, ਉਹਦੀ ਡਾਇਮੈਂਸ਼ਨ ਫਿਜ਼ੀਕਲ ਤੋਂ ਪਰੇ ਵੀ ਹੋ ਜਾਂਦੀ ਹੈ, ਤਾਂ ਥੋੜਾ ਦੀਵਾਨਾ ਤਾਂ ਹੋਏਗਾ ਹੀ। ਰਾਜੇ ਨੇ ਉਹਨੂੰ ਪੁੱਛਿਆ ਕਿ ਭਾਈ ਮੈਂ ਇੰਨੇ ਮੰਦਿਰ ਬਣਾਏ, ਇੰਨੇ ਸਤੂਪਾ ਬਣਾਏ, ਬੁੱਧ ਦੇ ਨਾਂ ਦੇ ਇੰਨੀਆਂ ਮੂਰਤੀਆਂ ਬਣਾਈਆਂ, ਮੈਨੂੰ ਕਿੰਨਾ ਕੁ ਲਾਭ ਮਿਲਣਾ ਹੈ? ਬੋਧੀ ਧਰਮ ਕਹਿੰਦਾ ਇਹਦਾ ਕੁਛ ਲਾਭ ਨਹੀਂ ਮਿਲੇਗਾ। ਬੜਾ ਹਿੰਮਤੀ ਪੁਰਸ਼ ਸੀ, ਕਿਉਂਕਿ ਰਾਜਾ ਤੇ ਕੁਛ ਵੀ ਕਰ ਸਕਦਾ ਸੀ। ਖੈਰ ਇੱਕ ਐਗਜ਼ਾਮਪਲ ਆਪ ਨੂੰ ਦਿੱਤਾ ਮੈਂ। ਇੱਕ ਰਾਜਾ ਪੁੰਨ ਕਰਦਾ ਹੈ, ਧਰਮੀ ਸਥਾਨ ਬਣਾਉਂਦਾ ਹੈ, ਐਸੇ ਭਾਵ ਨਾਲ ਬਣਾਉਂਦਾ ਹੈ ਕਿ ਮੇਰਾ ਨਾਮ ਹੋਏਗਾ, ਮੈਨੂੰ ਮਾਣ ਮਿਲੇਗਾ, ਪਰ ਨਾਲ ਨਾਲ ਉਹ ਇਹ ਭਾਵ ਵੀ ਰੱਖਦਾ ਹੈ ਕਿ ਮੈਂ ਅਧਿਆਤਮ ਦਾ ਕਮਾਈ ਕਰ ਰਿਹਾ ਹਾਂ। ਤਾਂ ਮਹਾਰਾਜ ਕਹਿੰਦੇ ਕਿ ਇਹ ਆਪਣੇ ਆਪ ਨਾਲ ਧੋਖਾ ਹੈ। ਇਹ ਦੁਨੀਆ ਜਿਹੜੀ ਹੈ ਦੋ ਪੱਖੀ ਹੈ। ਇਹਦੇ ਵਿੱਚ ਅਗਰ ਬਾਹਰ ਦੀ ਗੇਮ ਖੇਡਾਂਗੇ ਤੇ ਅੰਤਰ ਦਾ ਗਵਾਚ ਜਾਏਗਾ। ਅੰਤਰ ਦੀ ਕਮਾਈ ਕਰ ਲਾਂਗੇ ਤੇ ਦੋਨੋਂ ਭਾਵੇਂ ਮਿਲ ਜਾਣ। ਐਸੇ ਕਰਕੇ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਦੁਨੀਆ ਵਿੱਚ ਉਹ ਪੱਖ ਜਿਹਦੇ ਵਿੱਚ ਅਧਿਆਤਮ ਅੱਗੇ ਹੈ, ਉਸ ਨੂੰ ਮੈਂ ਸੰਭਾਲਣਾ ਹੈ। ਅਗਰ ਮੈਂ ਕੁਝ ਸੰਭਾਲਿਆ ਤਾਂ ਉਹ ਅਧਿਆਤਮ ਸੰਭਾਲਿਆ, ਨਹੀਂ ਤਾਂ ਕੁਛ ਵੀ ਨਹੀਂ ਸੰਭਾਲਿਆ, ਨਹੀਂ ਤਾਂ ਦੋਨੋਂ ਹੀ ਮੇਰੇ ਹੱਥੋਂ ਨਿਕਲ ਜਾਣਗੇ। ਇਹ ਥੋੜੀ ਜਿਹੀ ਵਿਚਾਰਨ ਵਾਲੀ ਗੱਲ ਹੈ। ਅਧਿਆਤਮ ਦਾ ਜਿਹੜੀ ਦਾ ਸਿਖਰ ਹੈ ਜਾਂ ਅਧਿਆਤਮ ਦਾ ਗਿਆਨ ਹੈ, ਉਹ ਅੰਤਰਮੁਖੀ ਹੈ, ਪਰ ਆਪਣੇ ਆਪ ਨੂੰ ਧੋਖਾ ਦੇਣ ਦੀ ਕਈ ਵਿਧੀਆਂ ਇਨਸਾਨ ਨੇ ਲੱਭ ਲਈਆਂ। ਉਸਨੇ ਫਿਰ ਇਹ ਵੀ ਇੱਕ ਵਿਧੀ ਲੱਭ ਲਈ ਕਿ ਮੈਂ ਇਹੋ ਜਿਹੇ ਕਰਮ ਕਰ ਲਵਾਂ ਜਿਹਦੇ ਚ ਆਪਣੇ ਆਪ ਨੂੰ ਧਰਮੀ ਕਹਾ ਸਕਾਂ। ਸੌਖਾ ਤਰੀਕਾ ਹੈ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੈ। ਮੈਂ ਧਰਮੀ ਨਾ ਬਣਾ, ਪਰ ਧਰਮੀ ਕਹਾ ਲਵਾਂ ਆਪਣੇ ਆਪ ਨੂੰ। ਅਸੀਂ ਦੇਖਦੇ ਹਾਂ ਰੋਜ਼ ਸਾਡੇ ਜੀਵਨ ਵਿੱਚ ਵਰਤਦਾ ਹੈ। ਮੈਂ ਵੀ ਇਹਦੇ ਵਿੱਚ ਕੁਝ ਕਰਦਾ, ਤੁਸੀਂ ਵੀ ਕੁਝ ਕਰਦੇ ਹੋ, ਅਸੀਂ ਸਾਰੇ ਇਹਦੇ ਵਿੱਚ ਉਲਝੇ ਹੋਏ ਹਾਂ। ਬਾਹਰ ਮੁਖੀ ਹੋ ਕੇ ਅੰਤਰ ਦਾ ਗਿਆਨ ਪ੍ਰਾਪਤ ਕਰਨ ਦੀ ਵਿਧੀ, ਪ੍ਰਾਪਤ ਕਰਨ ਦਾ ਯਤਨ ਅਸੀਂ ਸਾਰੇ ਕਰਦੇ ਹਾਂ। ਅਧਿਆਤਮ ਦਾ ਗਿਆਨ, ਅਧਿਆਤਮ ਦੀ ਰੋਸ਼ਨੀ ਅੰਤਰਮੁਖੀ ਹੋ ਕੇ ਹੀ ਲੱਭਣੀ ਹੈ, ਬਾਹਰ ਨਹੀਂ ਲੱਭ ਸਕਦੀ। ਜਿਵੇਂ ਮਨ ਅਰਪਣ ਦੀ ਇੱਕ ਨਿਸ਼ਾਨੀ ਆਪਣਾ ਸੀਸ ਦੇਣਾ ਬਣਦਾ ਹੈ, ਤਾਂ ਇਨਸਾਨ ਨੇ ਇੱਕ ਵਿਧੀ ਲੱਭ ਲਈ ਕਿ ਨਾਰੀਅਲ ਤੋੜ ਲੈਂਦੇ, ਉਹ ਵੀ ਸਿਰ ਚ ਵਰਗਾ ਹੀ ਹੈ। ਆਪਣਾ ਸਿਰ ਵੀ ਬਚ ਗਿਆ, 5-7 ਰੁਪਏ ਚ ਕੰਮ ਵੀ ਹੋ ਗਿਆ। ਇਹ ਚਲਾਕੀਆਂ ਅਸੀਂ ਸਾਰੇ ਲੋਕ ਕਰਦੇ ਹਾਂ ਆਪਣੇ ਆਪਣੇ ਤਰੀਕੇ ਨਾਲ, ਕਿਉਂਕਿ ਮਨ ਨੂੰ ਤਿਆਗਣਾ ਕੋਈ ਸੌਖਾ ਕੰਮ ਨਹੀਂ ਹੈ। ਮਹਾਰਾਜ ਦੱਸਦੇ ਹੈ ਕਿ ਇਹ ਜਿਹੜੇ ਬਾਹਰ ਮੁਖੀ ਕਰਮ ਅਸੀਂ ਕਰ ਰਹੇ ਹੈ, ਇਹਨਾਂ ਵਿੱਚ ਤੁਸੀਂ ਮਾਣ ਲੱਭਦੇ ਹੋ, ਪਰ ਇਹਦੇ ਚ ਤਿਲ ਦਾ ਲਾਭ ਲੱਭਣਾ ਹੈ। ਕੋਈ ਬਹੁਤਾ ਲਾਭ ਨਹੀਂ ਹੈ। ਮੈਂ ਆਪਣੇ ਆਪ ਨੂੰ ਹਾਜੀ ਕਹਾ ਸਕਦਾ, ਪਰ ਅਗਰ ਮੈਂ ਅੱਲਾ ਦੇ ਦਰਸ਼ਨ ਨਹੀਂ ਕੀਤੇ ਫਿਰ ਕਾਹਦਾ ਹਾਜੀ ਹੋਇਆ? ਇਹਨਾਂ ਅੱਖਾਂ ਨਾਲ ਦਰਸ਼ਨ ਉਹ ਦਰਸ਼ਨ ਨਹੀਂ ਹੋਣੇ ਹਨ ਜਿਹੜੇ ਅਸੀਂ ਲੱਭਦੇ ਹਾਂ। ਬਾਹਰ ਮੁਖੀ ਕਿਸੇ ਵੀ ਕਰਮ ਨਾਲ ਨਿਰੰਕਾਰ ਨਹੀਂ ਜਾਣਿਆ ਜਾ ਸਕਦਾ। ਇਹ ਸਾਰਾ ਗ੍ਰੋਸ ਦੁਨੀਆ ਮਟੀਰੀਅਲ ਵਰਲਡ ਤਾਂ ਸਪਿਰਿਟ ਦੀ ਇੱਕ ਰਿਫਲੈਕਸ਼ਨ ਹੈ, ਅਸਲੀਅਤ ਨਹੀਂ ਹੈ, ਪ੍ਰਤੀਬਿੰਬ ਹੈ। ਇਸ ਤਰ੍ਹਾਂ ਦੇਖਿਆ ਜਾਏ ਤੇ ਸਪਿਰਿਚੁਅਲ ਵਰਲਡ ਫਿਜ਼ੀਕਲ ਵਰਲਡ ਤੋਂ ਜ਼ਿਆਦਾ ਰੀਅਲ ਹੈ। ਇਸ ਕਰਕੇ ਜਿਸ ਨੇ ਸਪਿਰਿਚੁਅਲ ਵਰਲਡ ਵਿੱਚ ਕੁਝ
ਮਹਾਰਤ ਪਾ ਲਈ ਹੈ, ਜਿਸਨੇ ਉੱਥੇ ਆਪਣੇ ਪੈਰ ਪੱਕੇ ਕਰ ਲਏ ਹਨ, ਉਸ ਨੂੰ ਇਸ ਧਰਤੀ ਦਾ ਮੁੱਲ ਕੁਛ ਨਹੀਂ ਦਿਖਦਾ ਹੈ। ਉਸ ਨੂੰ ਆਪਣੇ ਜੀਵਨ ਵੀ ਤਿਆਗਣ 'ਚ ਕੋਈ ਜ਼ਿਆਦਾ ਪਰੇਸ਼ਾਨੀ ਨਜ਼ਰ ਨਹੀਂ ਆਉਂਦੀ ਹੈ। ਉਹ ਫਿਰ ਪਰਮਾਤਮਾ ਵੱਲ ਹੀ ਜਾ ਰਿਹਾ, ਪਰਮ ਆਨੰਦ ਵੱਲ ਹੀ ਜਾ ਰਿਹਾ ਹੈ। ਉਸ ਨੂੰ ਉਹ ਗਿਆਨ ਹੋ ਰਿਹਾ ਹੈ ਜਿਹੜਾ ਦੁਨੀਆ ਵਿੱਚ ਸ਼ਾਇਦ ਸਾਨੂੰ ਸਾਰਿਆਂ ਨੂੰ ਨਹੀਂ ਹੈ। ਇਹ ਚੀਜ਼ ਵਿਚਾਰਨੀ ਇਸ ਸ਼ਬਦ ਵਿੱਚ ਸਾਹਿਬ ਨੇ ਸਾਨੂੰ ਦੱਸੀ ਹੈ ਕਿ ਬਾਹਰ ਮੁਖੀ ਹੋ ਕੇ ਅਗਰ ਅਸੀਂ ਦੇਖਦੇ ਹਾਂ, ਉਸ ਨੂੰ ਜਾਣਨ ਦੀ ਤਰੀਕੇ ਲੱਭਦੇ ਹਾਂ, ਉਸ ਨੂੰ ਨਾਪਣ ਦੇ ਤਰੀਕੇ ਲੱਭਦੇ ਹਾਂ, ਇਹ ਲੱਭਦੇ ਹਾਂ ਕਿ ਨਿਰੰਕਾਰ ਦਾ ਅੰਤ ਪਾ ਲਵਾਂਗੇ ਕਿਸੇ ਵਿਧੀ ਨਾਲ, ਤਾਂ ਇਹ ਪੋਸੀਬਲ ਨਹੀਂ ਹੈ। ਦੇਖੋ ਗੱਲ ਕੀ ਹੈ ਮਹਾਰਾਜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਦੇ ਦਿਵ ਦ੍ਰਿਸ਼ਟੀ ਨੇ, ਉਹਨਾਂ ਦੀ ਦ੍ਰਿਸ਼ਟੀ ਦਿਵ ਹੈ, ਉਹ ਦੇਖਦੇ ਨੇ ਉਸ ਨੂੰ ਹਾਜ਼ਰ ਨਾਜ਼ਰ। ਤਾਂ ਜਿਹੜੀ ਊਣਤਾਈਆਂ, ਜਿਹੜੀਆਂ ਗਲਤੀਆਂ, ਜਿਹੜੀਆਂ ਚਲਾਕੀਆਂ ਸਾਡਾ ਮਨ ਵਰਤ ਰਿਹਾ ਹੈ, ਸਾਹਿਬ ਉਸ ਤੋਂ ਸਾਨੂੰ ਸੁਚੇਤ ਕਰਦੇ ਜਾ ਰਹੇ ਹਨ। ਕਿਹੜੀ ਚੀਜ਼ ਨੂੰ ਸੰਭਾਲਣਾ ਹੈ? ਦੁਨੀਆ ਵਿੱਚ ਕਮਾਈ ਹੈ ਕੀ? ਦੁਨੀਆ ਵਿੱਚ ਆ ਕੇ ਅਸੀਂ ਕਿਸ ਮੁਖ ਨਾਲ ਜੀ ਰਹੇ ਹਾਂ? ਮੌਤ ਦੀ ਉਡੀਕ ਕਰਦੇ ਹਾਂ, ਕੁਝ ਰੁਝੇਵੇ ਵਿੱਚ ਪਾਲ ਕੇ ਆਪਣਾ ਸਮਾਂ ਕੱਢਣ ਵਾਸਤੇ, ਜਾਂ ਮੌਤ ਨੂੰ ਆਲਿੰਗਨ ਕਰਨ ਲਈ ਤਿਆਰੀ ਕਰਦੇ ਹਾਂ। ਇਹ ਦੋ ਹੀ ਤਰੀਕੇ ਨੇ ਜੀਣ ਦੇ। ਆਈਦਰ ਵੀ ਪ੍ਰਿਪੇਅਰ ਫॉर ਡੈਥ ਔਰ ਵੀ ਵੇਟ ਫॉर ਡੈਥ। ਹੋਰ ਕੀ ਕਰਨਾ ਹੈ? ਇਹ ਸਾਰੀ ਦੁਨੀਆ ਵਿੱਚ ਸਾਰੇ ਲੋਕ ਇਹੀ ਕਰਦੇ ਹੈ। ਜਾਂ ਤਾਂ ਉਹ ਉਡੀਕ ਰੱਖ ਰਹੇ ਹੈ, ਨਾਲੇ ਆਪਣੇ ਆਪ ਨੂੰ ਬਿਜ਼ੀ ਕਰਦੇ ਹੈ। ਉਹਦੇ ਵਿੱਚ ਸੁੱਖ ਦੁੱਖ ਦੇ ਕਾਰਨ ਨੇ, ਮਾਨ ਅਪਮਾਨ ਦੇ ਕਾਰਨ ਨੇ, ਲੜਾਈ ਝਗੜੇ ਵੀ ਹੋ ਜਾਂਦੇ ਹੈ। ਇਹ ਸਭ ਬਿਜ਼ੀ ਕਰਨ ਦੇ ਤਰੀਕੇ ਨੇ। ਪ੍ਰੇਮ ਔਰ ਪ੍ਰੇਮਿਕਾ ਵਿੱਚ ਵੀ ਸਮਾਂ ਕੱਢ ਜਾਂਦਾ ਹੈ, ਫਿਰ ਉਹਦੇ ਵਿੱਚ ਡਿਵੋਰਸ ਵੀ ਨਾਲ ਚੱਲਦਾ ਹੈ। ਇਹ ਸਾਰੀ ਕਹਾਣੀਆਂ ਉਡੀਕ ਵਿੱਚ ਹੀ ਨੇ। ਅਸਲ ਤੱਤ ਗਿਆਨ ਕੋਲ ਲੱਭਦਾ ਜੀਵਨ ਵਿੱਚ, ਉਹ ਵੱਖਰਾ ਪੁਰਸ਼ ਹੈ, ਉਹ ਵੱਖਰਾ ਜਨ ਹੈ, ਉਹ ਵੱਖਰਾ ਚਾਲ ਹੈ। ਮੈਨੂੰ ਆਪਣੇ ਮਨ ਨੂੰ ਇਹੀ ਤਾਂ ਸਮਝਾਉਣਾ ਹੈ ਕਿ ਮੈਂ ਲੱਭਣ ਕੀ ਆਇਆ ਹਾਂ, ਇੱਥੇ ਮੈਂ ਕੀ ਲੱਭ ਰਿਹਾ ਹਾਂ, ਕੀ ਦੇਖ ਰਿਹਾ ਹਾਂ। ਸਾਹਿਬ ਕਹਿ ਰਹੇ ਨੇ ਇੱਥੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਇਹ ਸਭ ਕੁਝ ਕਰ ਰਹੇ ਨੇ, ਤੀਰਥ ਵੱਲ ਜਾ ਰਹੇ ਨੇ, ਧਰਮੀ ਕਹਾ ਰਹੇ ਨੇ ਆਪਣੇ ਨੂੰ, ਤਪ ਕਰਨ ਦਾ ਯਤਨ ਕਰਦੇ ਹੈ, ਦਿਖਾਉਣ ਵਾਸਤੇ ਤਪ ਹੈ, ਜਾਂ ਤਪ ਵਿੱਚ ਕੁਝ ਬਹਾਵ ਹੈ, ਮੈਨੂੰ ਇਹ ਵਸਤੂ ਚਾਹੀਦੀ ਹੈ, ਮੇਰੀ ਇਹ ਮੁਸੀਬਤ ਹੈ, ਉਹਦੇ ਵਾਸਤੇ ਵੀ ਤਪ ਕਰਦੇ ਆ ਲੋਕ। ਔਰ ਬਾਦਫਾ ਹੋ ਸਕਦਾ ਹੈ ਉਹਨਾਂ ਨੂੰ ਗਿਆਨ ਵੀ ਹੋਏ ਕਿ ਉਹ ਇਸ ਤਰ੍ਹਾਂ ਦਾ ਕਰਮ ਕਰਦੇ ਨੇ ਸਿਰਫ ਆਪਣੇ ਹੰਕਾਰ ਨੂੰ ਵਧਾਉਣ ਵਾਸਤੇ। ਜਿਹੜੇ ਕਰਮ ਮੇਰੇ ਹੰਕਾਰ ਨੂੰ ਵਧਾਉਣਗੇ, ਉਹ ਮੈਨੂੰ ਨਿਰੰਕਾਰ ਤੋਂ ਦੂਰ ਲੈ ਜਾਣਗੇ, ਉਹ ਮੇਰੇ ਮੈਲ ਨੂੰ ਵਧਾਉਣਗੇ, ਮਨ ਦੀ ਮੈਲ ਨੂੰ। ਹੰਕਾਰ ਬੜਾ ਮੁਸ਼ਕਿਲ ਟੁੱਟਦਾ ਹੈ, ਔਰ ਹੰਕਾਰ ਨੂੰ ਅਗਰ ਪੱਕਾ ਕਰਨ ਦਾ ਯਤਨ ਕਰਦਾ ਰਹੇ ਇਨਸਾਨ, ਤਾਂ ਫਿਰ ਸ਼ਾਇਦ ਹੀ ਉਸ ਨੂੰ ਸੱਚ ਦੇ ਦਰਸ਼ਨ ਹੋ ਸਕਦੇ ਨੇ। ਕਿਰਪਾ ਤਾਂ ਗੁਰੂ ਨਾਨਕ ਦੀ ਅਗਰ ਹੋ ਜਾਏ ਤਾਂ ਜੀਣ ਦਾ ਤਰੀਕਾ ਬਦਲ ਜਾਏ। ਅਗਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਕਰ ਦਿੱਤੀ, ਕੁਝ ਅਸੀਂ ਅਰਦਾਸ ਕਰੀਏ, ਸਾਨੂੰ ਕੁਝ ਬਖਸ਼ਿਸ਼ ਹੋ ਜਾਏ, ਇਹ ਮਨ ਵਿੱਚ ਰੰਗ ਦੁਨੀਆ ਦਾ ਨਾ ਪੈ ਕੇ ਅਧਿਆਤਮ ਦੀ ਭੁੱਖ ਪੈ ਜਾਏ, ਦੀਵਾਨਗੀ ਤਾਂ ਥੋੜੀ ਆ ਜਾਏਗੀ ਜੀਵਨ ਵਿੱਚ, ਪਰ ਜੀਵਨ ਦਾ ਮਾਰਗ ਸਤ ਵੱਲ ਟੁਰ ਪਏਗਾ। ਫਿਰ ਆਪਣੇ ਸਮੇਂ ਨਾਲ ਰੰਗ ਕੁਝ ਲੱਭੇਗਾ, ਕੁਝ ਰੰਗ ਚੜੇਗਾ, ਕੁਝ ਨਾਮ ਦੇ ਦਰਸ਼ਨ ਕਰਾਂਗੇ। ਟਹਿੰਦੇ ਡਿੱਗਦੇ ਗੁਰੂ ਵੱਲ ਅਰਦਾਸ ਕਰਦੇ, ਕਈ ਅਥਰੂ ਭਰਦੇ ਅੱਖਾਂ ਨਾਲ, ਕਿਰਪਾ ਹੋ ਜਾਏ ਤਾਂ ਸ਼ਾਇਦ ਅਧਿਆਤਮ ਦੀ ਪੌੜੀ ਸਿਖਰ ਚੜ੍ਹ ਪਾਵਾਂਗੇ, ਉਸ ਨਿਰੰਕਾਰ ਨੂੰ ਜਾਣ ਪਾਵਾਂਗੇ। ਆਨੰਦ ਦੀ ਘੜੀ ਵਿੱਚ ਸ਼ਾਇਦ ਅਸੀਂ ਵੀ ਪੈਰ ਰੱਖ ਪਾਈਏ, ਅਸੀਂ ਵੀ ਸ਼ਾਇਦ ਜਾਣ ਪਾਈਏ ਕਿ ਆਨੰਦ ਕੀ ਹੈ, ਆਨੰਦ ਕਿੱਥੇ ਵਸਦਾ ਹੈ। ਪਰ ਇਹ ਸਭ ਕੁਝ ਕਰਨ ਲਈ ਅੰਤਰਮੁਖੀ ਹੋਣਾ ਪਏਗਾ, ਅੰਤਰਮੁਖ ਵੱਲ ਜਾਣਾ ਪਏਗਾ। ਅੰਤਰ ਵੱਲ ਗਿਆਨ, ਅੰਤਰ ਦਾ ਗਿਆਨ, ਅੰਤਰ ਦੇ ਦਰਵਾਜ਼ੇ ਖੋਲਣੇ ਪੈਣਗੇ। ਦਰਵਾਜ਼ੇ ਬੰਦ ਹਨ, ਗੁਰਬਾਣੀ ਸਾਨੂੰ ਦੱਸਦੀ ਹੈ ਦਰਵਾਜ਼ੇ ਬੰਦ ਨੇ। ਆਪ ਥੋੜਾ ਜਿਹਾ ਵਿਚਾਰੋ, ਦਰਬਾਰ ਸਾਹਿਬ ਦੇ ਬਾਹਰੋਂ ਕੁੰਡੀ ਨਹੀਂ ਲੱਗਦੀ ਹੈ,
ਅੰਦਰੋਂ ਲੱਗਦੀ ਹੈ। ਇਹਦਾ ਕੀ ਭੇਦ ਹੈ? ਅਸੀਂ ਅੰਦਰੋਂ ਆਪਣੇ ਮਨ ਨੂੰ ਬੰਦ ਕਰ ਦਿੱਤਾ, ਗੁਰੂ ਵੱਲ ਨਹੀਂ ਟੋਰਿਆ ਤਾਂ ਦਰਵਾਜ਼ੇ ਬੰਦ ਹੋ ਗਏ। ਕਿਰਪਾ ਬਾਹਰੋਂ ਆਣੀ ਹੈ, ਦਰਵਾਜ਼ੇ ਖੋਲਣੇ ਪੈਣੇ ਹੈ। ਕਿਸ ਭਾਵ ਨਾਲ ਖੁੱਲਣਗੇ? ਆਨੰਦ ਸਾਹਿਬ ਦੀ ਬਾਣੀ 'ਚ ਗੁਰੂ ਅਮਰਦਾਸ ਮਹਾਰਾਜ ਖੋਲ ਦਿੰਦੇ ਭੇਦ ਸਾਰੇ, ਕਿੱਥੇ ਦੁਆਰ ਹੈ, ਕਿੱਥੇ ਉਹ ਖੁੱਲ੍ਹਣੇ ਹਨ। ਮੈਂ ਆਪ ਨੂੰ ਇਸ ਪਾਸੇ ਕਿਉਂ ਲਿਜਾ ਰਿਹਾ ਹਾਂ? ਇਹ ਪੌੜੀ ਬਾਹਰ ਮੁਖੀ ਹੋਣ ਵਾਸਤੇ ਸਾਨੂੰ ਕੁਝ ਲਾਭ ਨਹੀਂ ਦੇਗੀ। ਇਹੀ ਪੌੜੀ ਸਮਝਾ ਰਹੀ ਹੈ, ਬਾਹਰ ਮੁਖੀ ਹੋ ਕੇ ਅਸੀਂ ਦੁਨੀਆ ਵਿੱਚ ਕੁਝ ਨਹੀਂ ਕਮਾ ਪਾਵਾਂਗੇ। ਭਾਵੇਂ ਅਸੀਂ ਧਰਮੀ ਕਹਾ ਲਈਏ, ਭਾਵੇਂ ਅਸੀਂ ਅੱਜ ਦੇ ਭਾਵ ਨਾਲ ਆਪਣੇ ਆਪ ਨੂੰ ਸਿੱਖ ਪਹਿਰਾਵਾ ਵੀ ਬਣਾ ਲਈਏ, ਸਿੱਖੀ ਜੀਵਨ ਵੀ ਦੁਨੀਆ ਨੂੰ ਦੱਸਣ ਵਾਸਤੇ ਕਰ ਲਈਏ। ਇਹ ਵੀ ਹੋ ਸਕਦਾ ਹੈ ਕਿ ਅਸੀਂ ਨਿਤਨੇਮ ਵੀ ਕਰਦੇ ਹੋਈਏ ਪਰ ਮਨ ਗੈਰ ਹਾਜ਼ਰ ਰਹੇ, ਤਾਂ ਫਿਰ ਅਸੀਂ ਕਿੱਧਰ ਜਾ ਰਹੇ ਹਾਂ? ਇੱਕ ਵਾਰ ਖਲੋਣ ਦੀ ਲੋੜ ਹੈ। ਸਭ ਕੁਝ ਖੜਾ ਕਰ ਦਈਏ ਜੀਵਨ ਵਿੱਚ, ਕੁਝ ਘੜੀ ਲਈ ਇਸ ਤਰ੍ਹਾਂ ਜਗੇ ਜਿਵੇਂ ਕੋਈ ਕੁਝ ਨਹੀਂ ਹੈ, ਸਿਰਫ ਦੁਨੀਆ ਦੇ ਸੱਤ ਦੇ ਦਰਸ਼ਨ ਨੇ। ਮੈਂ ਕਿੱਥੇ ਦੁਨੀਆ ਨੂੰ ਲਿਜਾ ਰਿਹਾ ਹਾਂ? ਦੁਨੀਆ ਵਿੱਚ ਮੈਂ ਕਿੱਥੇ ਜਾ ਰਿਹਾ ਹਾਂ? ਆਪਣੇ ਜੀਵਨ ਦਾ ਅਗਲਾ ਪਿਛਲਾ ਸਭ ਤਿਆਗ ਕੇ ਇੱਕ ਵਾਰ ਜੀਵਨ ਨੂੰ ਗਹਿਨ ਰੂਪ ਨਾਲ ਦੇਖਣਾ ਹੈ। ਮੇਰਾ ਜੀਵਨ ਕਿੱਧਰ ਜਾ ਰਿਹਾ ਹੈ? ਮੈਂ ਕਿੱਧਰ ਜਾਣਾ ਚਾਹੁੰਦਾ ਹਾਂ? ਇੱਕ ਪਰਸਪੈਕਟਿਵ ਸਬ ਕੌਨਸ਼ੀਅਸ ਚੋਂ ਕੱਢਣਾ ਪਏਗਾ। ਔਰ ਫਿਰ ਇੱਕ ਅਰਦਾਸ ਦੀ ਲੋੜ ਹੈ, ਆਪਣੇ ਅੰਤਰੋਂ ਪੁਕਾਰਨ ਦੀ ਲੋੜ ਹੈ, ਤਾਂ ਕਿ ਮਨ ਦਾ ਮੁਖ ਬਦਲੀ ਹੋਏ। ਭਾਈ ਗੁਰਦਾਸ ਸਾਨੂੰ ਕਹਿੰਦੇ ਨੇ, ਚਰਨ ਚਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤ, ਸਿਮਰਨ ਤਾਏ ਬਾਰੰਬਾਰ ਗੁਰ ਹੇਤ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅਗਰ ਹੋ ਜਾਏ, ਮੇਰਾ ਜੀਵਨ ਬਦਲ ਜਾਏ। ਮੈਂ ਆਪਣੇ ਆਪ ਨੂੰ ਅਰਪਣ ਕਰਦਿਆਂ ਆਪਣੇ ਗੁਰੂ ਅੱਗੇ, ਮਹਾਰਾਜ ਕੁਝ ਮੈਨੂੰ ਰਾਹ ਬਖਸ਼ੋ। ਇਸ ਜੀਵਨ ਨੂੰ ਜੀਂਦੇ ਹੋਏ ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਮੈਂ ਕਿੱਧਰ ਜਾ ਰਿਹਾ। ਮੇਰੇ ਨਾਲ ਕੁਝ ਸਾਥ ਹੋ ਜਾਏ ਨਾਮ ਦਾ, ਤਾਂ ਕਿ ਮੈਂ ਜੀਵਨ ਦੇ ਬੰਦ ਕਿਵਾੜ ਖੋਲ ਲਵਾਂ। ਆਨੰਦ ਦੀ ਘੜੀਆਂ ਵਿੱਚ ਮੈਂ ਵੀ ਉਤਰ ਪਾਵਾਂ। ਅੰਮ੍ਰਿਤਸਰ ਦੇ ਸਰੋਵਰ ਵਿੱਚ ਮੈਂ ਵੀ ਡੁਬਕੀ ਲਗਾ ਸਕਾਂ। ਅਧਿਆਤਮ ਦੇ ਮਾਰਗ ਬੜਾ ਗੰਭੀਰ, ਬੜਾ ਲੰਬਾ ਹੈ। ਬਾਬਾ ਫਰੀਦ ਸਾਨੂੰ ਦੱਸਦੇ ਹੈ, ਖਨੀਓ ਤਿੱਖੀ ਵਾਲੋਂ ਨਿੱਕੀ, ਪਰ ਨਾਲ ਜੇ ਗੁਰੂ ਦਾ ਸਾਥ ਹੋਏ ਤਾਂ ਸਭ ਸੌਖਾ ਹੋ ਜਾਂਦਾ ਹੈ, ਸਹਿਜ ਵਿੱਚ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿ ਰਹੇ ਹਨ, ਬਾਹਰ ਮੁਖੀ ਹੋ ਕੇ ਜੀਵਨ ਨਾ ਜੀਓ, ਅੰਤਰਮੁਖੀ ਹੋਣ ਦਾ ਜੀਵਨ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਜੋ ਅਗਲੀ ਪੰਕਤੀ ਸਾਹਿਬ ਦੱਸਦੇ ਨੇ, ਉਹ ਉਹੀ ਪੰਕਤੀ ਜੋ ਪਹਿਲਾਂ ਸਾਹਿਬ ਸਾਨੂੰ ਦੱਸ ਚੁੱਕੇ ਹੈ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹ ਕੀ ਹੈ? ਕਿਹੜੀ ਚੀਜ਼ ਨੂੰ ਸਾਹਿਬ ਸਾਨੂੰ ਕਹਿ ਰਹੇ ਹਨ ਕਿ ਸੁਣਨਾ ਹੈ? ਇਹ ਕਿਹੜੇ ਸੁਣਨ ਦੀ ਗੱਲ ਕਰ ਰਹੀ ਹੈ? ਸੁਣੀਏ, ਮੰਨੀਏ, ਮਨ ਰੱਖੀਏ ਪਾਓ। ਇਹ ਵਿਚਾਰ ਚੁੱਕੇ ਹਾਂ ਅਸੀਂ 4 ਪੌੜੀਆਂ ਸੁਣਨ ਦੀਆਂ। ਅੱਜ ਮੇਰੇ ਮਨ ਵਿੱਚ ਇੱਕ ਭਾਵ ਆਉਂਦਾ ਸੀ ਕਿ ਇਹ ਸੁਣਨਾ ਹੈ ਕੀ? ਦਰਅਸਲ ਇਹ ਅਬਜ਼ੋਰਬ ਕਰਨਾ ਹੈ ਜੀਵਨ ਦੇ ਐਕਸਪੀਰੀਐਂਸਿਸ ਨੂੰ, ਤਾਂ ਮੈਂ ਸੁਣਦਾ ਹਾਂ। ਮੇਰਾ ਮਨ ਜੋ ਕੁਝ ਮੈਂ, ਜਿਹਦੇ ਚੋਂ ਵੀ ਮੈਂ ਨਿਕਲ ਰਿਹਾ ਹਾਂ, ਜੋ ਮੇਰੇ ਨਾਲ ਵਰਤ ਰਿਹਾ ਹੈ, ਜੋ ਮੇਰੇ ਆਲੇ ਦੁਆਲੇ ਹੋ ਰਿਹਾ ਹੈ, ਉਹਦੇ ਐਕਸਪੀਰੀਐਂਸ ਤੋਂ ਕੀ ਗਿਆਨ ਲੈ ਰਿਹਾ ਹੈ ਜੀਵਨ ਬਾਰੇ। ਇਹ 2 ਤਰ੍ਹਾਂ ਦੀਆਂ ਆਵਾਜ਼ਾਂ ਮਨ ਵਿੱਚ ਆਉਂਦੀਆਂ ਹਨ। ਇੱਕ ਉਹ ਮਨ ਜਿਹੜਾ ਇਹ ਮਨ ਹੈ, ਇਹ ਮਨ ਜਿਹੜਾ 5 ਤੱਤ ਤੋਂ ਬਣਿਆ, ਇੰਦਰੀਆਂ ਦਾ ਮਨ, ਚੇਂਜਿੰਗ ਮਾਈਂਡ, ਜਿਹੜਾ ਮਨ ਸਾਹਿਬ ਨੇ ਸਾਨੂੰ ਵਰਤਣ ਵਾਸਤੇ ਦਿੱਤਾ, ਜਿਹੜਾ ਮਨ ਵਿਚਾਰ ਰੂਪੀ ਮਨ ਹੈ, ਸੰਸਕਾਰ ਉਹਦੇ ਵਿੱਚ ਨੇ, ਸੰਕਲਪ ਉਹਦੇ ਵਿੱਚ ਨੇ, ਸਾਰੇ ਡਿਜ਼ਾਇਰਸ, ਭਾਵਨਾਵਾਂ, ਇੱਛਾਵਾਂ ਸਾਰੀਆਂ ਉਸੇ ਮਨ ਵਿੱਚ ਗਹਿਨ ਰੂਪ ਵਿੱਚ ਚਲਦੀਆਂ ਹਨ। ਇੱਕ ਉਸ ਮਨ ਦੀ ਆਵਾਜ਼ ਆਉਂਦੀ ਹੈ, ਇੱਕ ਉਹ ਮਨ ਦੀ ਆਵਾਜ਼ ਆਉਂਦੀ ਹੈ। ਖਿੱਚ ਤਾਂ ਧਰਤੀ ਦੀ ਬਹੁਤ ਜ਼ਿਆਦਾ ਹੈ, ਧਰਤੀ ਦੀ ਖਿੱਚ ਬਹੁਤ ਜ਼ਿਆਦਾ ਰਹਿੰਦੀ ਹੈ, ਕਿਉਂਕਿ ਮੈਂ ਇਸ ਧਰਤੀ ਵਿੱਚ ਜੀ ਰਿਹਾ, ਮੇਰੀਆਂ ਇੰਦਰੀਆਂ ਉਹਦੇ ਨਾਲ ਜੁੜੀਆਂ ਹਨ। ਮੇਰਾ ਆਲਾ ਦੁਆਲਾ, ਮੇਰੇ ਬੱਚੇ, ਪਰਿਵਾਰ, ਮੇਰਾ ਕਾਰੋਬਾਰ, ਇਹਦੀ ਖਿੱਚ ਬਹੁਤ ਹੈ। ਪਰ ਨਾਮ ਦੇ ਵਿੱਚ ਲੀਨ ਹੋਣਾ
ਸੰਗਤ ਦੀ ਲੋੜ ਹੈ। ਮੈਂ ਨਾਮ ਵਿੱਚ ਲੀਨ ਹੋ ਕੇ ਇਸ ਭਾਵਨਾ ਵਿੱਚ ਕਿ ਮੈਨੂੰ ਨਿਰੰਕਾਰ ਦੇ ਦਰਸ਼ਨ ਹੋਣ, ਹੌਲੇ ਹੌਲੇ ਮੈਨੂੰ ਉੱਥੇ ਉਤਰਨਾ ਪਏਗਾ। ਕੁਝ ਚਿਰ ਕਿਸ਼ਤੀ ਡਾਮਾਡੋਲ ਰਹੇਗੀ, ਫਿਰ ਸ਼ਾਇਦ ਕੁਝ ਦੂਰੀ ਜਦੋਂ ਪੈ ਸਕੇ, ਇਸ ਫਿਜ਼ੀਕਲ ਵਰਲਡ ਤੋਂ ਥੋੜੀ ਦੂਰੀ ਪੈ ਜਾਏ ਔਰ ਅਧਿਆਤਮ ਵੱਲ ਥੋੜੇ ਡੂੰਘੇ ਉਤਰ ਜਾਈਏ ਤਾਂ ਸੌਖਾ ਹੁੰਦਾ ਜਾਏਗਾ। ਸਹਿਜ ਵਿੱਚ ਨਾਮ ਵਿੱਚ ਸੁਣੀਏ ਤਾਂ ਅਸੀਂ ਕਿਹੜੀ ਆਵਾਜ਼ ਨੂੰ ਸੁਣਦੇ ਹਾਂ, ਇਹ ਸਾਨੂੰ ਬਣਾਏਗਾ। ਮੈਂ ਉਸ ਮਨ ਦੀ ਆਵਾਜ਼ ਸੁਣਦਾ ਵਾਂ ਜਿਹੜਾ ਦੁਨੀਆ ਵੱਲ ਜਾ ਰਿਹਾ ਹੈ, ਜਾਂ ਉਸ ਮਨ ਦੀ ਸੁਣਦਾ ਵਾਂ ਜਿਹੜਾ ਅਧਿਆਤਮ ਵੱਲ, ਗੁਰੂ ਨਾਨਕ ਵੱਲ ਜਾ ਰਿਹਾ ਹੈ। ਜਿਸ ਮਨ ਦੀ ਆਵਾਜ਼ ਮੈਂ ਸੁਣਾਂਗਾ ਮਹਾਰਾਜ, ਉਹ ਮਨ ਉਸ ਰੂਪ ਨਾਲ ਟੁਰ ਪਏਗਾ। ਜਿਹੋ ਜੀ ਮੈਂ ਸੰਗਤ ਕਰਾਂਗਾ, ਸ਼ਬਦ ਦੀ ਸੰਗਤ ਕਰਾਂਗਾ, ਤਾਂ ਸ਼ਬਦ ਮੇਰੇ ਮਨ ਨੂੰ ਪਲਟਣਾ ਸ਼ੁਰੂ ਕਰ ਦੇਗਾ, ਮੇਰੇ ਆਲੇ ਦੁਆਲੇ ਨੂੰ ਬਦਲਣਾ ਸ਼ੁਰੂ ਕਰ ਦੇਗਾ, ਮੈਨੂੰ ਅਧਿਆਤਮ ਦੇ ਮਾਰਗ ਵੱਲ ਟੋਰ ਦੇਗਾ। ਇਹ ਗੱਲ ਇਸ ਪੌੜੀ ਵਿੱਚ ਸਾਹਿਬ ਸਾਨੂੰ ਇਸ ਪਾਸੇ ਦਾ ਗਿਆਨ ਦੇ ਰਹੇ ਹਨ। ਦੋ ਪੱਖ ਨੇ ਜੀਵਨ ਦੇ। ਬਾਹਰਲੀ ਦੁਨੀਆ ਵਿੱਚ ਅਧਿਆਤਮ ਆਪਣੇ ਆਪ ਨੂੰ ਧਰਮੀ ਕਹਾਣਾ ਕਿ ਅੰਤਰਮੁਖੀ ਹੋ ਕੇ ਗਿਆਨ ਪ੍ਰਾਪਤ ਕਰ ਲੈਣਾ। ਸੁਣੀਏ ਮੰਨੀਏ ਮਨ ਰੱਖੀਏ ਪਾਓ। ਜਦ ਇੱਕ ਵਾਰ ਸੁਣ ਲਏਗਾ ਫਿਰ ਉਹ ਮੰਨਣ ਵਿੱਚ ਆ ਜਾਏਗਾ, ਕਿਉਂਕਿ ਉਸ ਨੂੰ ਸਮਝ ਆ ਗਈ ਕਿ ਜੀਵਨ ਵਿੱਚ ਕੀ ਤੱਤ ਹੈ। ਦਰਅਸਲ ਕੀ ਹੈ, ਇੱਕ ਪੇੜ ਦੇ ਬੀਜ ਵਿੱਚ ਇਹ ਨਹੀਂ ਲਿਖਿਆ ਕਿ ਪੇੜ ਕੀ ਬਣੇਗਾ। ਸਾਨੂੰ ਬੀਜ ਤੋਂ ਗਿਆਨ ਨਹੀਂ ਮਿਲਦਾ, ਲਿਖਿਆ ਤੇ ਹੈ ਉਹਦੇ ਅੰਦਰ, ਪਰ ਜਦੋਂ ਮੈਂ ਬੀਜ ਫਰੋਲਦਾ ਵਾਂ ਤਾਂ ਬੜੇ ਸੋਹਣੇ ਦਿਖਦੇ ਆ। ਕਈ ਬੀਜ ਬੜੇ ਕੰਡਾਂ ਵਾਲੇ ਪੌਦਿਆਂ ਦੇ ਹੁੰਦੇ ਹਨ, ਅਸੀਂ ਉਹਨਾਂ ਨੂੰ ਅਪਣਾ ਲੈਂਦੇ ਹਾਂ ਉਹਨਾਂ ਦੀ ਸੂਰਤ ਦੇਖ ਕੇ। ਕਿੱਕਰ ਦਾ ਬੀਜ ਬੜਾ ਸੋਹਣਾ ਦਿਖਦਾ ਹੈ, ਪਰ ਕੰਡਿਆਂ ਵਾਲਾ ਪੇੜ ਹੈ। ਕਈ ਵਾਰ ਅਸੀਂ ਇਹ ਕਰ ਲੈਂਦੇ ਹਾਂ ਜੀਵਨ ਵਿੱਚ, ਅਸੀਂ ਇਹੋ ਜਿਹੀ ਚੀਜ਼ਾਂ ਨੂੰ ਅਪਣਾ ਲੈਂਦੇ ਹਾਂ ਉਹਨਾਂ ਦੀ ਬਣਤਰ ਦੇਖ ਕੇ ਕਿ ਇਹ ਬੜਾ ਸੋਹਣਾ ਰਹੇਗਾ, ਔਰ ਉਹ ਕੰਡਿਆਂ ਵਾਲਾ ਜੀਵਨ ਬਣ ਜਾਂਦਾ ਹੈ। ਸਾਨੂੰ ਪਤਾ ਨਹੀਂ ਰਹਿੰਦਾ। ਇਹ ਬਾਹਰ ਮੁਖੀ ਹੋਣ ਦਾ ਨੁਕਸਾਨ ਹੈ। ਜਦੋਂ ਅਸੀਂ ਸ੍ਰਿਸ਼ਟੀ ਨੂੰ ਚੈਕਮੇਟ ਕਰਨਾ ਚਾਹੁੰਦੇ ਹਾਂ, ਆਪ ਆਪਣੇ ਆਪ ਨੂੰ ਗਵਾ ਬੈਠਦੇ ਹਾਂ। ਅਸੀਂ ਉਸ ਬੀਜ ਨੂੰ ਦੇਖ ਕੇ ਇਹ ਸੋਚਿਆ ਕਿ ਅਸੀਂ ਬਹੁਤ ਕੁਝ ਕਮਾ ਲਿਆ, ਔਰ ਸ਼ਾਇਦ ਜੀਵਨ ਨੂੰ ਪਲਟ ਕੇ ਕੁਝ ਹੋਰ ਹੀ ਬਣਾ ਦਿੱਤਾ। ਅਸੀਂ ਸਾਰੇ ਇਸ ਮਾਰਗ ਨੂੰ ਦੇਖਿਆ ਹੋਇਆ ਹੈ, ਅਸੀਂ ਸਾਰਿਆਂ ਨੇ ਇਹ ਜੀਆ ਹੋਇਆ ਹੈ, ਅਸੀਂ ਸਾਰਿਆਂ ਨੇ ਗਲਤ ਡਿਸੀਜਨ ਲਏ ਹੋਏ ਹੈ ਜਿਹੜੇ ਸਾਨੂੰ ਕਿਧਰ ਟੋਰ ਗਏ, ਗੁਰੂ ਨਾਨਕ ਦੇ ਨੇੜੇ ਲੈ ਗਏ ਜਾਂ ਦੂਰ ਲੈ ਗਏ, ਸਾਨੂੰ ਇਹ ਅਭਿਆਸ ਹੈ ਉਹਦਾ। ਪਰ ਬੀਜ ਦੇ ਗਿਆਨ ਤੋਂ ਸਾਨੂੰ ਸਮਝ ਨਹੀਂ ਆਉਂਦੀ ਕਿ ਜੀਵਨ ਜਾ ਕਿੱਥੇ ਰਿਹਾ ਹੈ, ਜਦ ਤੱਕ ਮਨ ਰੂਪੀ ਬੀਜ ਨੂੰ ਨਹੀਂ ਸੰਭਾਲਿਆ ਜਾਂਦਾ। ਮਨ ਵਿੱਚ ਵੀ ਬੀਜ ਹਨ। ਮਨ ਵਿੱਚ ਕਿਹੜੇ ਬੀਜ ਹਨ? ਮਨ ਵਿੱਚ ਅੱਜ ਇੱਕ ਅਰਦਾਸ ਦਾ ਬੀਜ ਪੈ ਜਾਏ, ਸ਼ਾਇਦ ਮੇਰੇ ਜੀਵਨ ਨੂੰ ਸਦਾ ਲਈ ਪਲਟ ਦੇ। ਮਨ ਵਿੱਚ ਕੁਝ ਡਿਸੀਜਨਸ ਲੈ ਲਈਏ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਅਧਿਆਤਮ ਵੱਲ ਟੋਰ ਦੇਣ, ਸ਼ਾਇਦ ਸਾਨੂੰ ਸਦਾ ਲਈ ਗੁਰੂ ਨਾਨਕ ਦੇ ਰਾਹ ਵੱਲ ਟੋਰ ਦੇਣ। ਪਰ ਇਹ ਕਾਲ ਪਰਸਨਲ ਹੈ ਬੜੀ, ਇਹ ਸਾਨੂੰ ਕੋਈ ਸਿਖਾ ਨਹੀਂ ਸਕਦਾ। ਅਧਿਆਤਮ ਦਾ ਇਹ ਮਾਰਗ ਅਸੀਂ ਲੈਣਾ ਹੈ ਨਹੀਂ ਲੈਣਾ ਹੈ, ਇਹਦੇ ਬਾਰੇ ਅਸੀਂ ਕੀ ਕਰਨਾ ਹੈ, ਕੋਈ ਸਿਖਾ ਨਹੀਂ ਸਕਦਾ। ਅਸੀਂ ਕਿੰਨੇ ਘੰਟੋਂ ਸੁਣ ਲਈਏ ਲੈਕਚਰ, ਕਿੰਨੇ ਘੰਟੋਂ ਅਸੀਂ ਵਿਚਾਰ ਲਈਏ, ਜਦ ਤੱਕ ਮੇਰਾ ਮਨ ਨਹੀਂ ਮੰਨੇਗਾ, ਜਦ ਤੱਕ ਮੈਂ ਆਪ ਨਹੀਂ ਮੰਨਾਂਗਾ, ਮੇਰਾ ਸੰਕਲਪ ਨਹੀਂ ਹੋਏਗਾ, ਮੈਂ ਅਧਿਆਤਮਕ ਨਹੀਂ ਬਣ ਸਕਦਾ। ਬਾਹਰੋਂ ਮੁਖੀ ਜ਼ਰੂਰ ਹੋ ਸਕਦਾ ਵਾਂ, ਦੇਖਣ ਲਈ, ਆਪਣੇ ਮਨ ਦੇ ਬੈਲੈਂਸ ਰੱਖਣ ਲਈ। ਜਿਵੇਂ ਗਾਲਿਬ ਕਹਿੰਦਾ ਸੀ ਕਿ ਫਿਰਦੌਸ ਵਿੱਚ ਕੁਛ ਦੋਜਕ ਨੂੰ ਮਿਲਾ ਦਈਏ, ਸੈਰ ਕਰਨ ਲਈ ਕੁਝ ਜਗ੍ਹਾ ਹੀ ਹੋਰ ਮਿਲ ਜੇ। फिरदौस में दोजक को मिला ले यारब, सैर करने को कुछ जगह और ही सही। इस तरह का भी जीवन है। ਅਧਿਆਤਮਕ ਕਹਿ ਰਹੇ ਹਾਂ ਅਸੀਂ ਆਪਣੇ ਆਪ ਨੂੰ,
ਕੇਵਲ ਬੈਲੈਂਸ ਬਣਾ ਰਹੇ ਹਾਂ ਕਿ ਚਲੋ ਸਾਰੇ ਦਿਨ ਪਾਪ ਕਮਾਇਆ, ਹੁਣ ਕੁਝ ਪੁੰਨ ਕਮਾ ਲੈਂਦੇ ਹਾਂ। ਇਸ ਤਰ੍ਹਾਂ ਜੀਵਨ ਰੁੱਲ ਜਾਂਦਾ ਹੈ। ਇਸ ਤਰ੍ਹਾਂ ਪਤਾ ਨਹੀਂ ਲੱਗਦਾ 50 60 70 80 ਸਾਲ ਕਿਵੇਂ ਨਿਕਲ ਗਏ। ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਇੰਨਾ ਸਮਾਂ ਕਿਵੇਂ ਨਿਕਲ ਗਿਆ। ਪਰ ਇਹ ਹੁੰਦਾ ਸਾਡੇ ਨਾਲ, ਔਰ ਇਹ ਮੇਰਾ ਜੀਵਨ ਹੈ, ਤੁਹਾਡਾ ਜੀਵਨ ਹੈ, ਸਾਡੇ ਸਾਰਿਆਂ ਦਾ ਜੀਵਨ ਹੈ। ਇਸੇ ਤਰ੍ਹਾਂ ਹੀ ਹੈ। ਕੋਈ ਜਨ ਆਉਂਦੇ ਹਨ ਜਿਹੜੇ ਦੁਨੀਆ ਵਿੱਚ ਕੁਝ ਸੱਤ ਦੀ ਗੱਲ ਕਰ ਜਾਂਦੇ ਹਨ। ਉਹਨਾਂ ਨੂੰ ਕੌਣ ਪਕੜਦਾ ਹੈ? ਜਿਹੜਾ ਮਨ ਤਿਆਰ ਹੁੰਦਾ ਹੈ, ਜਿਹੜੇ ਮਨ ਵਿੱਚ ਇਹ ਤਿਆਰੀ ਹੈ, ਭੁੱਖ ਹੈ ਔਰ ਉਦਾਸੀ ਹੈ ਕਿ ਮੈਂ ਇੱਥੋਂ ਦੁਨੀਆ ਦੇ ਪੱਧਰ ਤੋਂ ਕੁਝ ਨਹੀਂ ਲੱਭ ਪਾਵਾਂਗਾ। ਜੋ ਵੀ ਲੱਭਿਆ ਹੈ ਉਹ ਦੁੱਖ ਔਰ ਦਰਦ ਵਿੱਚ ਹੀ ਤਬਦੀਲ ਹੋ ਗਿਆ ਹੈ। ਇਹ ਮੇਰੇ ਮਨ ਦਾ ਐਕਸਪੀਰੀਅੰਸ ਕਹੇਗਾ ਮੈਨੂੰ ਮੈਂ ਕਿੱਧਰ ਜਾਣਾ ਜੀਵਨ ਨੂੰ ਕਮਾਉਣ ਵਾਸਤੇ। ਇਹ ਚੀਜ਼ ਮੈਨੂੰ ਕੋਈ ਨਹੀਂ ਸਿਖਾ ਸਕਦਾ। ਇਹ ਸਿਰਫ ਮੈਂ ਆਪਣੇ ਮਨ ਨੂੰ ਨਾਮ ਨਾਲ ਜੋੜ ਕੇ ਇਹਨੂੰ ਬਦਲ ਸਕਦਾ ਹਾਂ। ਪਰ ਉੱਥੇ ਵੀ ਜ਼ਬਰਦਸਤੀ ਨਹੀਂ ਹੈ, ਉੱਥੇ ਵੀ ਸਹਿਜ ਦੀ ਗੱਲ ਚੱਲੇਗੀ। ਸੁਣੀਏ ਮੰਨੀਏ ਮਨ ਰੱਖੀਏ ਪਾਓ। ਮਹਾਰਾਜ ਸਾਨੂੰ ਕਹਿੰਦੇ ਹੈ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਇਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਕਮਾਇਆ ਹੈ, ਇਹ ਜਿਹੜਾ ਪੱਖ ਅਸੀਂ ਜਾਣ ਰਹੇ ਹਾਂ, ਮੇਰਾ ਜੀਵਨ ਕਿਸ ਤਰ੍ਹਾਂ ਦਾ ਹੈ, ਇਸ ਨੂੰ ਮੈਂ ਦੇਖਣਾ ਹੈ ਗਹਿਨ ਰੂਪ ਨਾਲ। ਕਿ ਜੀਵਨ ਮੇਰਾ ਗਿਆਨ ਬਾਹਰਲੇ ਗਿਆਨ ਨੂੰ ਲੱਭਦਾ ਫਿਰਦਾ ਹੈ ਕਿ ਇਹਨੇ ਸੱਤ ਵਿੱਚ ਕੁਝ ਜਾਣਿਆ ਹੈ। ਸਾਹਿਬ ਇਹ ਸਮਝਾ ਰਹੇ ਨੇ, ਸੁਣੀਏ ਮੰਨੀਏ ਪਾਓ, ਅੰਤਰਗਤ ਤੀਰਥ ਮੰਨਾਓ। ਸੁਣਨ ਔਰ ਮੰਨਣ ਨਾਲ, ਨਾਮ ਔਰ ਸ਼ਬਦ ਨਾਲ ਜੁੜਨ ਨਾਲ ਉਨ ਮਨ ਦੀ ਅਵਸਥਾ ਵਿੱਚ ਚਲੇ ਜਾਵਾਂਗੇ। ਇਹ ਮਨ ਤਿਆਗਣ ਦੀ ਰਸਤੇ ਕੱਢ ਦਿਆਂਗੇ। ਸਾਰੀ ਲੈ ਹੋ ਜਾਂਦੀ ਹੈ ਕਿ ਇਹ ਮਨ ਅਸੀਂ ਤਿਆਰ ਨਹੀਂ ਹਾਂ। ਤਾਂ ਅਸੀਂ ਇਹੋ ਜਿਹੇ ਚਲਾਕੀਆਂ ਵਰਤਦੇ ਹਾਂ ਆਪਣੇ ਆਪ ਨਾਲ, ਆਪਣੇ ਆਪ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਵੀ ਧਰਮੀ ਹੋ ਗਿਆ। ਪਰ ਧਰਮੀ ਮਨ ਦੇ ਰੰਗ ਵਿੱਚ, ਨਾਮ ਦੇ ਰੰਗ ਵਿੱਚ ਰੰਗਣ ਨਾਲ ਮਨ ਨੂੰ ਹੀ ਧਰਮੀ ਬਣੇਗਾ ਇਨਸਾਨ। ਉਸ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਸਾਹਿਬ ਦੱਸਦੇ ਹਨ ਸੁਣੀਏ ਮੰਨੀਏ ਮਨ ਰੱਖੀ ਮਨ ਕੀਤਾ ਪਾਓ, ਅੰਤਰਗਤ ਤੀਰਥ ਮੰਨਾਓ। ਅੰਤਰ ਤੀਰਥ ਹੋ ਗਿਆ, ਅੰਤਰ ਸਭ ਕੁਝ ਭਿੱਜ ਗਿਆ, ਸਭ ਪਾਪ ਧੁੱਤੇ ਗਏ। ਅੰਤਰ ਇਹੋ ਜਿਹੀ ਸੁਰਤ ਇਕਾਗਰ ਹੋ ਗਈ ਕਿ ਨਾਮ ਵਿੱਚ ਲੀਨ ਹੋ ਗਈ। ਇਹ ਗੱਲ ਸਮਝਣੀ ਜ਼ਰੂਰੀ ਹੈ ਸਾਨੂੰ ਕਿ ਜੀਵਨ ਦਾ ਮੁੱਢਲੀ ਚਾਬੀ ਮੇਰੇ ਹੱਥ ਵਿੱਚ ਹੈ, ਮੇਰੀ ਡੈਸਟਨੀ ਮੇਰੇ ਹੱਥ ਵਿੱਚ ਹੈ। ਇਸ ਤਰ੍ਹਾਂ ਹੱਥ ਵਿੱਚ ਹੈ ਕਿ ਮੈਂ ਕਿਹੜੇ ਕਦਮ ਰੱਖ ਰਿਹਾ ਹਾਂ, ਮੈਂ ਕਿਸ ਪਾਸੇ ਨੂੰ ਜੀਵਨ ਟੋਰ ਰਿਹਾ ਹਾਂ। ਸਾਹਿਬ ਕਹਿੰਦੇ ਨੇ ਸੁਣੀਏ ਮੰਨੀਏ, ਸੁਣਿਆ ਮੰਨਿਆ ਮਨ ਕੀਤਾ ਭਾਵ, ਭਾਵਨਾ ਵੀ ਆ ਗਈ ਮਨ ਵਿੱਚ। ਅੰਤਰਗਤ ਤੀਰਥ ਮੰਨਾਓ। ਤਾਂ ਅੰਤਰ ਜਿਹੜਾ ਹੈ ਵਿਕਾਸ ਹੋ ਗਿਆ, ਸਾਰੀ ਕਨਫਿਊਜ਼ਨ ਧੁੱਲ ਗਈ ਹਨ, ਸਾਡਾ ਦੁੱਖ ਦਰਦ ਸਭ ਨਾਸ ਹੋ ਗਿਆ ਹੈ। ਉਸ ਜਗ੍ਹਾ ਡੁਬਕੀ ਲਗਾ ਲਈ ਹੈ ਜਿੱਥੇ ਮਨ ਹੁਣ ਭਿੱਜ ਗਿਆ ਹੈ, ਪ੍ਰੇਮ ਵਿੱਚ ਰਿੱਝਿਆ ਗਿਆ ਹੈ, ਪ੍ਰੇਮ ਵਿੱਚ ਸਾਂਝ ਪਾ ਗਿਆ ਹੈ। ਮਹਾਰਾਜ ਸਾਨੂੰ ਬਾਹਰਲੇ ਅਧਿਆਤਮ ਵੱਲ ਦਿਖਾ ਰਹੇ ਹਨ ਔਰ ਅੰਤਰ ਦੀ ਗੱਲ ਦੱਸ ਰਹੇ ਹਨ। ਇਹ ਦੋ ਪੱਖ ਨੇ ਜੀਵਨ ਦੇ, ਇਹਨਾਂ ਦੋਨਾਂ ਨੂੰ ਅਸੀਂ ਸਾਰੇ ਜੀਂਦੇ ਹਾਂ। ਪਰ ਸਾਡਾ ਮੇਨ ਫੋਕਸ ਕੀ ਹੈ, ਇਹ ਜ਼ਰੂਰੀ ਗੱਲਬਾਤ। ਸਾਡਾ ਮੇਨ ਜੀਵਨ ਦਾ ਫੋਕਸ ਕੀ ਹੈ? ਅੰਤਰ ਜਾਣਾ ਕਿ ਬਾਹਰ ਕਰਮ ਕਾਂਡ ਕਰਨਾ? ਇਸ ਨੂੰ ਅਸੀਂ ਟਟੋਲਣਾ ਹੈ। ਮਹਾਰਾਜ ਕਹਿੰਦੇ ਨੇ ਸਭ ਗੁਣ ਤੇਰੇ ਮੈਂ ਨਹੀਂ ਕੋਈ।
ਦਰਅਸਲ ਉਨ ਮਨ ਦੀ ਅਵਸਥਾ ਦੇ ਗੁਣ ਮੇਰੇ ਕੋਈ ਨਹੀਂ ਹਨ। ਉਨ ਮਨ ਵਿੱਚ ਕੀ ਹੈ? ਪ੍ਰੇਮ ਹੈ, ਵਿਕਾਸ ਹੈ, ਅਨਹਦ ਅਨਾਦ ਹੈ, ਆਨੰਦ ਹੈ। ਇਹ ਕੋਈ ਵੀ ਮੇਰੇ ਗੁਣ ਨਹੀਂ ਹਨ, ਇਹ ਸਾਰੇ ਉਹਦੇ ਨੈਚੁਰਲ ਐਗਜ਼ਿਸਟਿੰਗ એનર્ਜੀਜ਼ ਹਨ। ਇੱਥੇ ਨਿਰਡਰ ਨਿਡਰ ਵੀ ਹਨ, ਨਿਰਭਉ ਨਿਰਵੈਰ ਇੱਥੇ ਹੀ ਵਿਕਾਸ ਹੁੰਦਾ ਹੈ। ਇੱਥੇ ਦੇ ਗੁਣ ਕਿਹੜੇ ਨੇ? ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਭੁੱਲ ਕੇ ਨਿਰੰਕਾਰ ਦੇ ਨਾਲ ਸਾਂਝ ਪਾਉਂਦਾ ਹੈ ਤਾਂ ਉਹਦਾ ਹਲਤ ਪਲਤ ਸਭ ਸਵਾਰ ਦਿੰਦਾ ਹੈ। ਆਪਣੇ ਗੁਣ ਜਿਹੜੇ ਮੇਰੇ ਨੇ ਉਹ ਸਭ ਇਹ ਮਨ ਦੀ ਅਵਸਥਾ ਵਿੱਚ ਨੇ, ਔਰ ਉਹ ਮੈਂ ਬਣਾਏ ਹਨ। ਇਹ ਗੁਣ ਕਾਹਦੇ ਨੇ? ਇਹ ਸਿਰਫ ਦੁਨੀਆ ਵਾਸਤੇ ਗੁਣ ਨੇ, ਦਿਖਾਉਣ ਵਾਸਤੇ ਗੁਣ ਨੇ। ਅਸਲ ਗੁਣ ਮਨ ਦਾ ਵਿਕਾਸ ਹੈ, ਮਨ ਦੀ ਖੁਸ਼ੀ ਹੈ, ਮਨ ਦਾ ਆਨੰਦ ਹੈ, ਔਰ ਉਹ ਸਭ ਉਹਦੇ ਗੁਣ ਨੇ। ਮੈਂ ਕੁਛ ਨਹੀਂ ਹਾਂ, ਮੇਰੀ ਕੋਈ ਰਿਐਲਿਟੀ ਨਹੀਂ ਹੈ। ਮੈਂ ਇੱਕ ਟ੍ਰਾਂਜ਼ੀਐਂਟ ਐਨਰਜੀ ਹਾਂ, ਨਿਰੰਕਾਰ ਨੂੰ ਮਿਲਣ ਦੀ ਉਡੀਕ ਵਿੱਚ ਖੜਾ ਹਾਂ। ਉਹਦੇ ਕਰਕੇ ਮੈਂ ਦੁੱਖ ਸੁੱਖ ਕਿਤਨੇ ਕੱਟਾਂਗਾ, ਇਹ ਚੋਇਸ ਮੇਰੀ ਹੈ। ਮੈਂ ਕਿਤਨੀ ਦੇਰ ਨਦੀ ਦੇ ਕਿਨਾਰੇ ਖੜੇ ਹੋ ਕੇ ਉਡੀਕਦਾ ਰਹਾਂਗਾ ਔਰ ਛਾਲ ਨਹੀਂ ਮਾਰਾਂਗਾ, ਇਹ ਮੇਰੀ ਚੋਇਸ ਹੈ, ਔਰ ਇਹੀ ਮੇਰੀ ਡੈਸਟਨੀ ਬਣਦਾ ਹੈ। ਮੈਂ ਕਈ ਜਨਮ ਖੜਾ ਰਵਾਂ ਜਾਂ ਅੱਜ ਹੁਣੇ ਹੀ ਛਾਲ ਮਾਰਦੇ ਹਾਂ, ਇਹ ਮੇਰੇ ਹੱਥ ਵਿੱਚ ਹੈ। To let go is in my hands. That is what transforms my destiny. ਸਾਹਿਬ ਦੀ ਅੰਤਰ ਦੀ ਗੱਲ ਕਿਤਨੀ ਪਿਆਰੀ ਹੈ। ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਹੀਂ ਕੋਈ। ਵਿਣ ਗੁਣ ਕੀਤੇ ਭਗਤ ਨਾ ਹੋਏ। ਫਿਰ ਵੀ ਸਾਨੂੰ ਗੁਣ ਪ੍ਰਾਪਤ ਕਰਨੇ ਪੈਣਗੇ, ਔਰ ਨਾਮ ਦੀ ਅਵਸਥਾ ਵਿੱਚ ਉਹ ਗੁਣ ਸਾਡੇ ਕੋਲ ਆਉਣਗੇ। ਉਹ ਕਿਹੜੇ ਗੁਣ ਨੇ? ਸਾਹਿਬ ਨੇ ਸਾਨੂੰ ਪਹਿਲਾਂ ਪੌੜੀ 'ਚ ਵੀ ਦੱਸੇ ਨੇ। ਦਇਆ ਹੈ, ਔਰ ਧਰਮ ਹੈ, ਭਾਵ ਹੈ, ਭਾਵਨਾ ਹੈ, ਔਰ ਅੱਜ ਸੁਣਨ ਔਰ ਮੰਨਣ ਦੀ ਗੱਲ ਵੀ ਕਰਦੇ ਹਨ। ਫਿਰ ਇਹਦੇ 'ਚ ਸੰਤੋਖ ਉਤਰਦਾ ਹੈ। ਇਹ ਗੁਣ ਸਾਰੇ ਪ੍ਰੇਮ ਤੋਂ ਆਉਣਗੇ। ਪ੍ਰੇਮ ਗੁਰੂ ਨਾਨਕ ਨਾਲ ਕਰਨ ਨਾਲ ਸਾਰੇ ਗੁਣ ਆਪਣੇ ਆਪ ਆ ਜਾਂਦੇ ਹਨ, ਸਹਿਜ ਦੀ ਅਵਸਥਾ ਵਿੱਚ ਆ ਜਾਂਦੇ ਹਨ। ਇਹਨਾਂ ਨੂੰ ਮੈਂ ਉੱਪਰੋਂ ਨਹੀਂ ਥੋਪ ਸਕਦਾ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਈ। ਜਦੋਂ ਮੈਂ ਗੁਣ ਉਹਦੇ ਗੁਣ ਪ੍ਰਾਪਤ ਕਰਾਂਗਾ ਤਾਂ ਹੀ ਕਰਾਂਗਾ ਜਦੋਂ ਉਹਦੇ ਨਾਲ ਪ੍ਰੇਮ ਕਰਾਂਗਾ, ਉਹਦੇ ਨਾਮ ਵਿੱਚ ਆਪਣੇ ਆਪ ਨੂੰ ਭਿਜਾ ਦਿਆਂਗਾ, ਤਾਂ ਉਹਦੇ ਗੁਣ ਸਾਰੇ ਮੇਰੇ ਹੋ ਜਾਣਗੇ। ਮੇਰੇ ਗੁਣ ਨਹੀਂ ਰਹਿਣਗੇ ਕੁਛ। ਫਿਰ ਆਪ ਸਭ ਨਾਮ ਅਭਿਆਸੀ ਹੋ। ਨਾਮ ਵਿੱਚ ਜਦੋਂ ਮਨ ਲੀਨ ਹੁੰਦਾ ਹੈ, ਉਸ ਆਨੰਦ ਵਿੱਚ ਕੁਛ ਵੀ ਨਹੀਂ ਰਹਿੰਦਾ। ਹੋ ਸਕਦਾ ਅੱਜ ਮਨ ਉਚਾਟ ਹੋਏ, ਨਾਮ ਨਾ ਅਭਿਆਸ ਕੀਤਾ ਗਿਆ ਹੋਏ, ਪਰ ਇਹ ਕੁਝ ਸਮੇਂ ਦੀ ਗੱਲ ਹੈ। ਨਾਮ ਵਿੱਚ ਜਿਤਨਾ ਉਤਰਦੇ ਜਾਵਾਂਗੇ, ਮਹਾਰਾਜ ਕਹਿੰਦੇ ਆ, ਉਤਨਾ ਰੰਗ ਚੜ੍ਹਦਾ ਜਾਏਗਾ। ਪਰ ਜਿਸ ਦਿਨ ਲਿਵ ਲੱਗਦੀ ਹੈ, ਜਿਸ ਦਿਨ ਨਾਮ ਵਿੱਚ ਲੀਨ ਹੋ ਜਾਂਦੇ ਆ, ਤਾਂ ਦੁਨੀਆ ਦਾ ਦੁੱਖ ਸੁੱਖ ਨਹੀਂ ਲੱਭਦਾ। ਫਿਰ ਕੋਟ ਜਨਮ ਕੇ ਦੁੱਖ ਗਵਾਏ, ਇਹੋ ਜਿਹਾ ਰੰਗ ਗੁਰੂ ਨਾਨਕ ਦੇ ਕਰਦਾ ਹੈ। ਇਹ ਚੋਇਸ ਸਾਡੀ ਹੈ, ਦਰਵਾਜ਼ੇ ਖੋਲਣੇ ਹਨ ਕਿ ਨਹੀਂ ਖੋਲਣੇ ਹਨ। ਐਸਾ ਚੋਇਸ ਸਾਡੀ ਹੈ ਕਿੱਥੇ એનર્ਜੀ ਕਮਿਟ ਕਰਨੀ ਹੈ, ਕਿਉਂਕਿ ਇੱਥੇ ਦੋ ਹੀ ਤਰੀਕੇ ਨੇ, either we are waiting for death or preparing for death. There is no third. ਔਰ ਦੋਨਾਂ 'ਚ ਬੜਾ ਫਰਕ ਹੈ। ਦੋਨਾਂ ਵਿੱਚ ਬੜਾ ਫਰਕ ਹੈ ਜੀਵਨ ਦਾ। ਦੋਨਾਂ 'ਚ ਬੜਾ ਫਰਕ ਹੈ ਮਨ ਦੀ ਅਵਸਥਾ ਦਾ, ਔਰ ਦੋਨਾਂ ਵਿੱਚ ਬੜਾ ਫਰਕ ਹੈ ਜੀਵਨ ਦੇ ਤਰੀਕੇ ਦਾ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ। ਦਰਅਸਲ ਭਗਤੀ ਦਾ ਇੱਕ ਬੜਾ ਮੂਲਤਨ ਸਿਧਾਂਤ ਹੈ ਕਿ ਜਿਹੜਾ ਇਹ ਮੰਨ ਲਵੇ ਮੈਂ ਨਹੀਂ ਹਾਂ,
ਗੁਰੂ ਹੈ ਤਾਂ ਮੇਰੇ ਸਭ ਗੁਣ ਖਤਮ ਹੋ ਗਏ। ਜਿਸ ਦਿਨ ਮੈਂ ਆਪਣੇ ਗੁਰੂ ਨੂੰ ਅਸਲ ਰੂਪ ਵਿੱਚ ਮੱਥਾ ਟੇਕਿਆ, ਅਸਲ ਰੂਪ ਵਿੱਚ ਆਪਣੇ ਸੀਸ ਨੂੰ ਅਰਪਣ ਕਰ ਦਿੱਤਾ, ਉਸ ਦਿਨ ਇਹ ਗਿਆਨ ਮੈਨੂੰ ਆ ਜਾਏਗਾ ਕਿ ਮੈਂ ਨਹੀਂ ਹਾਂ, ਨਾ ਹੀ ਮੈਂ ਮਨ ਹਾਂ। ਜਿਸ ਮਨ ਨੂੰ ਇੱਕ ਬੋਝ ਦੇ ਤਰ੍ਹਾਂ ਮੈਂ ਲੈ ਕੇ ਇੱਕ ਘੜੀ ਤੋਂ ਦੂਜੀ ਘੜੀ ਢੋਈ ਫਿਰਦਾ ਹਾਂ, ਇਹ ਮਨ ਵੀ ਮੈਂ ਨਹੀਂ ਹਾਂ। ਜਿਹੜਾ ਮੈਂ ਮਨ ਬਣਾਇਆ ਹੈ, ਇਹ ਮਨ ਜਿਹੜਾ ਮੈਨੂੰ ਇੰਦਰੀਆਂ ਦੇ ਰੂਪ ਨਾਲ ਮੈਨੂੰ ਮਿਲਿਆ ਹੈ, ਇਹ ਮਨ ਨਹੀਂ ਹੈ ਮੈਂ। ਇਹ ਸਭ ਝੂਠ ਹੈ। ਸਿਰਫ ਦੁਨੀਆ ਵਿੱਚ ਵਰਤਣ ਲਈ ਇਹ ਮਨ ਮੇਰੇ ਕੋਲ ਹੈ। ਪਰ ਅਸਲ ਵਿੱਚ ਇਹ ਗਿਆਨ ਕਦੋਂ ਮਿਲੇਗਾ? ਜਦੋਂ ਮੈਂ ਇਸ ਨੂੰ ਕਮਾ ਸਕਾਂਗਾ, ਜਦੋਂ ਮੈਂ ਇਸ ਨੂੰ ਕਮਾ ਲਵਾਂਗਾ ਕਿ ਮੇਰੇ ਅੰਤਰ ਦੇ ਮਨ ਵਿੱਚ ਵਿਕਾਸ ਆ ਜਾਏ। ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਧਿਆਨ ਵਿੱਚ ਬੈਠ ਕੇ ਆਪਣੇ ਆਪ ਨੂੰ ਗਵਾ ਲਵਾਂ ਤਾਂ ਉਨਮਨ ਦੀ ਅਵਸਥਾ ਵਿੱਚ ਜੀਵਾਂਗਾ। ਮਹਾਰਾਜ ਸਾਨੂੰ ਦੱਸਦੇ ਨੇ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਤ ਬਾਣੀ ਬਰਮਾਓ, ਸਵਸਤਾਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਸਾਰਿਆਂ ਨੂੰ, ਸਾਰਿਆਂ ਦਾ ਕਲਿਆਣ ਕਰਦਾ ਹੈ ਸਵਸਤ, ਸਵਸਤ ਆਤ। ਬਾਣੀ ਉਹਦੀ ਦਿੱਤੀ ਬਾਣੀ ਹੈ, ਆਤ ਉਹਦੀ ਮਾਇਆ ਹੈ। ਇਹ ਸਭ ਉਸਨੇ ਬਣਾਈ ਹੈ। ਇਸ ਰੂਪ ਨਾਲ ਦੇਖੀਏ ਹੁਣ ਤਾਂ ਉਹਦੇ ਦਰਸ਼ਨ ਕੌਣ ਕਰ ਸਕਦਾ ਹੈ? ਜਿਹੜਾ ਨਿਰੰਕਾਰ ਹੈ, ਇਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਸਭ ਦਾ ਕਲਿਆਣ ਕਰਨ ਲਈ ਬਣਾਈ ਹੈ। ਮਾਇਆ ਦੇ ਨਾਲ ਸਾਰਿਆਂ ਨੂੰ ਇੱਕ ਰਹਿਣ ਦਾ ਤਰੀਕਾ ਦਿੱਤਾ ਹੈ। ਉਹ ਮਾਇਆ ਜਿਹੜਾ ਮੈਨੂੰ ਜੀਵਨ ਵਿੱਚ ਜੀਣ ਦਾ ਇੱਕ ਸਹਿਯੋਗ ਦੇਗੀ, ਉਹ ਮਾਇਆ ਮੈਨੂੰ ਫਸਾ ਦਿੰਦੀ ਆਪਣੇ ਜਾਲ ਵਿੱਚ, ਜਾਂ ਮੈਂ ਫਸ ਜਾਣਾ ਬਾਈ ਮਾਈ ਚੋਇਸ। ਤਾਂ ਮਹਾਰਾਜ ਕਹਿੰਦੇ ਨੇ ਕਿ ਸਭ ਦਾ ਕਲਿਆਣ ਕਰੇ, ਉਹ ਕਰਦਾ ਹੈ। ਉਹ ਬਾਣੀ ਬਰਮਾਓ, ਬਾਣੀ ਉਹਦੇ ਦਰਸ਼ਨ ਨੇ, ਸ਼ਬਦ ਉਹਦਾ ਦਰਸ਼ਨ ਹੈ। ਬ੍ਰਹਮ ਇਸ ਤਰ੍ਹਾਂ ਵਰਤਦਾ ਦੁਨੀਆ ਵਿੱਚ। ਸ਼ਬਦ ਨਾਲ ਜੁੜ ਕੇ ਅਸੀਂ ਸਭ ਦਾ ਕਲਿਆਣ ਕਰ ਸਕਦੇ ਹਾਂ, ਆਪਣਾ ਵੀ ਕਲਿਆਣ ਕਰ ਸਕਦੇ ਹਾਂ, ਉਹਦਾ ਵੀ ਕਰ ਸਕਦੇ ਹਾਂ, ਆਪਣਾ ਵੀ ਉਧਾਰ ਕਰ ਸਕਦੇ ਹਾਂ, ਸ੍ਰਿਸ਼ਟੀ ਦਾ ਵੀ ਕਰ ਸਕਦੇ ਹਾਂ। ਉਸ ਨੂੰ ਜਾਣਿਆ ਜਾ ਸਕਦਾ ਹੈ ਅੰਤਰ ਜਾ ਕੇ, ਬਾਹਰ ਵਿੱਚ ਜਾ ਕੇ ਨਹੀਂ ਜਾਣਿਆ ਜਾ ਸਕਦਾ। ਤਾਂ ਮਹਾਰਾਜ ਸਾਨੂੰ ਪਹਿਲੇ ਵੀ ਇਹ ਸਮਝਾ ਚੁੱਕੇ ਹੈ, ਅੱਜ ਫਿਰ ਸਮਝਾਣਗੇ। ਅੱਗੇ ਜਿਹੜੀ ਗੱਲ ਸਾਹਿਬ ਕਰਦੇ ਨੇ, ਸਤ ਸੁਹਾਨ ਸਦਾ ਮਨ ਚਾਹੋ, ਇਹ ਹੁਣ ਨਿਰੰਕਾਰ ਦੀ ਗੱਲ ਸਾਨੂੰ ਪ੍ਰਗਟ ਕਰਦੇ ਹਨ। ਉਹ ਸਤ ਹੈ, ਸਦਾ ਹੈ, ਉਹੀ ਇੱਕ ਟਰੁੱਥ ਹੈ ਦੁਨੀਆ ਵਿੱਚ। ਔਰ ਉਹਦਾ ਰੂਪ ਕੀ ਹੈ? ਉਹ ਆਨੰਦ ਰੂਪ ਹੈ, ਸੋਹਣਾ ਹੈ, ਸੋਹਣਾ ਆਨੰਦ ਦਾ ਰੂਪ ਹੈ। ਸਤ ਸੁਹਾਨ ਸਦਾ ਲਈ ਹੈ, ਉਹ ਸਮੇਂ ਤੋਂ ਪਰੇ ਹੈ। ਮਨ ਦੇ ਵਿੱਚ ਉਹਦਾ ਚਾਉ ਦੇ ਰੂਪ ਵਿੱਚ ਉਹ ਬੈਠਾ ਹੈ, ਮੇਰੇ ਮਨ ਵਿੱਚ ਬੈਠਾ ਹੈ, ਆਪ ਦੇ ਮਨ ਵਿੱਚ ਬੈਠਾ ਹੈ। ਇਹ ਸਤ ਚਿਤ ਆਨੰਦ ਦੇ ਇੱਕ ਹੋਰ ਦਰਸ਼ਨ ਹਨ। ਇਹੀ ਲਾਈਨ ਉਹ ਕਿੱਥੇ ਹੈ? ਉਹਨੂੰ ਅੰਦਰ ਜਾ ਕੇ ਮਿਲਣਾ ਹੈ। ਇਹ ਜਾਣ ਲਈਏ, ਇਸ ਗੱਲ ਨੂੰ ਅਸੀਂ ਸਮਝ ਲਈਏ ਕਿ ਇਹ ਬਾਹਰ ਮੁਖੀ ਧਰਮੀ ਹੋ ਕੇ ਨਹੀਂ ਲੱਭਣਾ ਹੈ, ਇਹ ਅੰਤਰ ਦੇ ਗਿਆਨ ਵਿੱਚ ਲੱਭਣਾ ਹੈ। ਇਹ ਬਾਹਰ ਮੁਖੀ ਦੁਨੀਆ ਵਿੱਚ ਨਹੀਂ ਲੱਭੇਗਾ, ਅੰਤਰ ਦੀ ਦੁਨੀਆ ਵਿੱਚ ਲੱਭੇਗਾ। ਔਰ ਉਸ ਅੰਤਰ ਦੀ ਦੁਨੀਆ ਵਿੱਚ ਅਸੀਂ ਕਦੋਂ ਜਾਵਾਂਗੇ, ਕਦੋਂ ਸਾਡਾ ਮਨ ਉਸ ਵਿੱਚ ਲੀਨ ਹੋਏਗਾ, ਇਹ ਸਾਡੀ ਚੋਇਸ ਹੈ। ਇਹ ਪੁੱਛ ਸਕਦਾ ਇਨਸਾਨ
ਕਿ ਮੈਂ ਕਿੱਧਰ ਜਾਵਾਂ। ਮੈਨੂੰ ਲੱਗਦਾ ਸੁਣਨ ਦੀ ਗੱਲ ਹੈ। ਦੁਨੀਆ ਵਿੱਚ ਮਨ ਨੂੰ ਲੀਨ ਕਰਨ ਦੀ ਲੋੜ ਹੈ ਔਰ ਅਰਦਾਸ ਦੀ ਲੋੜ ਹੈ ਕਿ ਮਨ ਕਿੱਧਰ ਜਾਏਗਾ। ਮੈਂ ਕੀ ਸੁਣਿਆ ਇਸ ਆਪਣੇ ਸਾਰੇ ਜੀਵਨ ਤੋਂ, ਉਸ ਦੇ ਐਕਸਪੀਰੀਅੰਸ ਚੋਂ ਮੈਨੂੰ ਇਹ ਸਾਰਾ ਭੇਦ ਨਿਕਲਣਾ ਸ਼ੁਰੂ ਹੋਏਗਾ। ਬਟ ਇੱਕ ਵਾਰ ਮੈਨੂੰ ਪੁਕਾਰਨਾ ਹੈ ਆਪਣੇ ਅੰਤਰ ਵਾਸਤੇ। ਨਿਰੰਕਾਰ ਤਾਂ ਸੁਣਦਾ ਹੀ ਹੈ। ਮੇਰਾ ਮਨ ਵੀ ਜਾਣ ਲਵੇ ਕਿ ਉਸਨੇ ਸਤ ਨੂੰ ਮਿਲਣਾ ਹੈ, ਕਿਉਂਕਿ ਮਨ ਮੈਨੂੰ ਹਰ ਜਗ੍ਹਾ ਢਾਣ ਦੀ ਕੋਸ਼ਿਸ਼ ਕਰੇਗਾ, ਬੇਕਾਬੂ ਕਰੇਗਾ, ਵਿਆਕੁਲ ਕਰੇਗਾ, ਪਰੇਸ਼ਾਨ ਕਰੇਗਾ। ਇਹ ਹੰਕਾਰ ਦੇ ਕਰਮ ਹਨ। ਦਰਅਸਲ ਇਸ ਜੀਵਨ ਔਰ ਉਸ ਜੀਵਨ ਵਿੱਚ ਸਿਰਫ ਮੌਤ ਦਾ ਐਕਸਪੀਰੀਅੰਸ ਹੈ ਜਿਹੜਾ ਸਾਨੂੰ ਡੀਮਾਰਕੇਟ ਕਰਦਾ ਹੈ। ਜਦ ਅਗਰ ਮੈਂ ਮੌਤ ਨੂੰ ਟ੍ਰਾਂਸੈਂਡ ਕਰ ਲਵਾਂ ਤਾਂ ਮੈਨੂੰ ਇਹ ਜੀਵਨ ਔਰ ਉਹ ਜੀਵਨ ਇੱਕੋ ਰੂਪ ਦਿਖ ਸਕਦੇ ਹਨ। ਜਦ ਮੇਰਾ ਆਨੰਦ ਅਗਰ ਮੌਤ ਤੋਂ ਪਰੇ ਵੀ ਹੈ ਔਰ ਜੀਵਨ ਦੇ ਵਿੱਚ ਵੀ ਹੈ ਤਾਂ ਮੌਤ ਵੀ ਇੱਕ ਆਨੰਦ ਹੋ ਜਾਂਦੀ ਹੈ। ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਬਹੁਤ ਡਰਦੇ ਹਾਂ ਮੌਤ ਤੋਂ, ਮੈਂ ਵੀ ਡਰਦਾ ਹਾਂ, ਪਰ ਵਿਚਾਰਨ ਵਾਲੀ ਗੱਲ ਹੈ ਮੌਤ ਇੱਕ ਚੇਂਜ ਹੈ। ਜੇ ਮੈਨੂੰ ਦਿਖ ਰਿਹਾ ਹੈ ਉਸ ਚੇਂਜ ਦੇ ਬਿਯੋਂਡ ਵੀ ਮੈਂ ਆਨੰਦ ਵਿੱਚ ਹਾਂ, ਤਾਂ ਹੀ ਦਿਖੇਗਾ ਜਦੋਂ ਮਨ ਦਾ ਭਰਮ ਅੱਜ ਮਿਟੇਗਾ। ਜਦੋਂ ਮੈਂ ਜਾਣ ਲਵਾਂਗਾ ਕਿ ਮੇਰਾ ਮਨ ਅੱਜ ਆਨੰਦਿਤ ਹੈ ਔਰ ਉੱਥੇ ਆਨੰਦ ਵਿੱਚ ਹੈ ਜਿੱਥੇ ਮੇਰਾ ਇਹ ਮਨ ਨਹੀਂ ਹੈ ਜਿਹੜਾ ਮੈਂ ਬਣਾਇਆ ਹੈ। ਇਸ ਨੂੰ ਮੈਂ ਤਿਆਗ ਗਿਆ ਹਾਂ। ਤਾਂ ਮਰਨਾ ਕਿਸਨੇ ਹੈ? ਇਸ ਮਨ ਨੇ ਮਰਨਾ ਹੈ। ਹੁਣ ਮਨ ਕਦੇ ਨਹੀਂ ਮਰਦਾ। ਇਹੀ ਆਤਮਾ ਹੈ ਜਿਸ ਨੂੰ ਲੋਕ ਕਹਿੰਦੇ ਵੇਅਰ ਇਜ਼ ਦ ਸੋਲ। ਇਹੀ ਆਤਮਾ ਹੈ। ਇਸ ਨੂੰ ਮੈਂ ਜਾਣ ਲਿਆ ਹੈ। ਇਹਦੇ ਬਾਅਦ ਹੋਰ ਵੀ ਅਧਿਆਤਮ ਦੇ ਸਿਖਰ ਰਹਿ ਜਾਂਦੇ ਹਨ, ਪਰ ਆਨੰਦ ਜੀਵਨ ਵਿੱਚ ਉਤਰ ਗਿਆ ਹੈ। ਇਹ ਵੀ ਬੜੀ ਵੱਡੀ ਗੱਲ ਹੈ। ਸਾਹਿਬ ਸਾਨੂੰ ਸਮਝਾ ਰਹੇ ਹਨ ਇਸ ਗੱਲ ਨੂੰ ਕਿ ਬਾਹਰ ਮੁਖੀ ਹੋ ਕੇ ਜੀਵਨ ਅਧਿਆਤਮ ਨਹੀਂ ਕਮਾਇਆ ਜਾਏਗਾ। ਸਤ ਸੁਹਾਣ ਸਦਾ ਮਨ ਚਾਓ, ਸਦਾ ਮਨ ਚਾਓ, ਸਦਾ ਮਨ ਚਾਓ, ਸਦਾ ਮਨ ਚਾਓ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਮਹਾਰਾਜ ਹੁਣ ਸਾਨੂੰ ਇੱਕ ਹੋਰ ਪੱਖ ਦੇ ਦਰਸ਼ਨ ਕਰਾ ਰਹੇ ਹਨ। ਜਦੋਂ ਅਸੀਂ ਦੁਨੀਆ ਦੀ ਸੱਤ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਦਰਅਸਲ ਯੂਨੀਵਰਸ ਵੀ ਐਕਸਪੈਂਡਿੰਗ ਫੋਰਸ ਹੈ, ਐਵਰ ਚੇਂਜਿੰਗ ਹੈ। ਕਵਣ ਕਵਣ ਥਿਤ ਕਵਣ ਵਾਰ। ਤਾਂ ਮਹਾਰਾਜ ਕਹਿ ਰਹੇ ਹੈ ਕਿ ਇਸ ਦੀ ਤਿਥੀ ਲੱਭਣੀ ਹੈ ਕਿ ਕਦੋਂ ਬਣੀ ਸ੍ਰਿਸ਼ਟੀ ਸਾਰੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੁਰਤੀ ਮਹਾ ਕਵਣ ਜਿਤ ਹੋਆ ਆਕਾਰ। ਇਹ ਸਾਰੀ ਦੁਨੀਆ ਕਦੋਂ ਬਣੀ, ਕਦੋਂ ਹੋਂਦ ਵਿੱਚ ਆਈ, ਕਿਸ ਘੜੀ ਨੂੰ ਬਣੀ, ਕਿਸ ਵਾਰ ਨੂੰ ਬਣੀ, ਕਿਸ ਸਥਿਤੀ ਨੂੰ ਬਣੀ, ਕਿਸ ਰੁੱਤ ਨੂੰ ਬਣੀ, ਕਿਸ ਮਹੀਨੇ ਨੂੰ ਬਣੀ। ਮਹਾਰਾਜ ਕਹਿ ਰਹੇ ਹੈ ਇਸ ਨੂੰ ਕੋਈ ਨਹੀਂ ਲੱਭ ਪਾਉਂਦਾ। ਤਿੰਨ ਪੱਖ ਨੇ ਉਸ ਵੇਲੇ ਜੋ ਹਜ਼ੂਰ ਦੇ ਸਮੇਂ ਵਿੱਚ ਹਾਜ਼ਰ ਨੇ ਧਰਮ ਦੇ ਰੂਪ ਵਿੱਚ। ਇੱਕ ਹਨ ਹਿੰਦੂ ਧਰਮ ਜਿਸ ਵਿੱਚ ਪੰਡਿਤ ਮੁਖੀ ਹੈ, ਗਿਆਨਵਾਨ ਹੈ, ਔਰ ਇੱਕ ਮੁਸਲਮਾਨ ਇਸਲਾਮ ਧਰਮ, ਔਰ ਤੀਸਰਾ ਯੋਗੀ ਮਤ। ਮਹਾਰਾਜ ਕਹਿੰਦੇ ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੁਰਤੀ ਮਹਾ ਕਵਣ ਜਿਤ ਹੋਆ ਆਕਾਰ। ਦੱਸੋ ਇਹ ਕੋਈ ਨਹੀਂ ਜਾਣ ਪਾਉਂਦਾ। ਕਿਵੇਂ ਸਮਝਾ ਰਹੇ ਹਨ? ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ। ਇਹ ਵੇਲਾ ਨਹੀਂ ਪਾ ਰਿਹਾ ਪੰਡਤ ਕਦੇ ਵੀ, ਔਰ ਅਗਰ ਪਾ ਲੈਂਦਾ ਤਾਂ ਪੁਰਾਣ ਲਿਖ ਦਿੰਦਾ ਇਹਦੇ ਉੱਤੇ, ਲੇਖ ਲਿਖ ਦਿੰਦਾ ਇਹਦੇ ਉੱਤੇ। ਵਕਤ ਨਾ ਪਾਇਓ ਕਾਦੀਆਂ
ਜੇ ਲਿਖਣ ਲੇਖ ਕੁਰਾਨ। ਇਹੀ ਕਾਦੀਆਂ ਪੰਜਾਬ ਵਿੱਚ ਇੱਕ ਪਿੰਡ ਹੈ ਇਸਲਾਮ ਦਾ, ਉਹਦੇ ਤੋਂ ਇੱਕ ਟ੍ਰੈਡੀਸ਼ਨ ਇਸਲਾਮ ਦਾ ਹੈ, ਕਾਦੀਆਂ ਟ੍ਰੈਡੀਸ਼ਨ। ਮਹਾਰਾਜ ਕਹਿ ਰਹੇ ਕਿ ਇਹ ਲੋਕ ਵੀ ਨਹੀਂ ਪਾ ਪਾਉਂਦੇ ਇਹਦਾ ਭੇਦ ਕੀ ਹੈ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਉਹਨਾਂ ਨੇ ਕੁਰਾਨ ਚ ਲਿਖ ਦਿੰਦਾ ਜੇ ਲਿਖ ਜਾਣਦੇ ਤੇ। ਥਿਤਵਾਰ ਨਾ ਜੋ ਕੀ ਜਾਣੇ ਰੁਤਮਾ ਨਾ ਕੋਈ। ਉਹ ਕਹਿ ਰਹੇ ਹੈ ਕਿ ਨਾ ਕੋਈ ਥਿਤੀ ਜਾਣਦਾ ਹੈ, ਨਾ ਕੋਈ ਵਾਰ ਜਾਣਦਾ ਹੈ, ਨਾ ਯੋਗੀ ਇਹ ਸਭ ਕੁਝ ਜਾਣਦਾ ਹੈ। ਇਹ ਥਿਤੀਆਂ ਜਿਹੜੀਆਂ ਆਉਂਦੀਆਂ ਇਹ ਲੂਨਰ ਕੈਲੰਡਰ ਤੋਂ ਆਉਂਦੀਆਂ। ਥਿਤੀ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ। ਕਿਹੜੀ ਰੁੱਤ ਨੂੰ ਬਣਿਆ, ਕਿਹੜੇ ਮਹੀਨੇ ਨੂੰ ਬਣਿਆ, ਇਹ ਕੋਈ ਨਹੀਂ ਜਾਣਦਾ। ਕਹਿਣ ਦਾ ਭਾਵ ਕੀ ਹੈ ਕਿ ਨਿਰੰਕਾਰ ਦਾ ਭਾਵ ਫਿਜ਼ੀਕਲ ਵਰਲਡ ਤੋਂ ਨਹੀਂ ਜਾਣਿਆ ਜਾ ਸਕਦਾ, ਇਹ ਪੋਸੀਬਿਲਿਟੀ ਹੈ ਨਹੀਂ। ਅਸੀਮ ਨੂੰ ਸੀਮਤ ਨਜ਼ਰੀਏ ਤੋਂ ਨਹੀਂ ਦੇਖਿਆ ਜਾ ਸਕਦਾ। ਇਨਫਾਈਨਾਈਟ ਨੂੰ ਫਾਈਨਾਈਟ ਵਿਜ਼ਨ ਤੋਂ ਨਹੀਂ ਪਕੜਿਆ ਜਾ ਸਕਦਾ। ਐਵਰ ਐਕਸਪੈਂਡਿੰਗ ਨੂੰ ਕਦੇ ਵੀ ਇੱਕ ਸੀਮਤ ਨਜ਼ਰੀਏ ਨਾਲ ਦੇਖ ਕੇ ਉਸ ਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਇਹ ਸਾਹਿਬ ਸਾਨੂੰ ਸਮਝਾ ਰਹੇ ਹਨ। ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਇਹ ਭੇਦ ਸਾਰੇ ਨਿਰੰਕਾਰ ਕੋਲ ਨੇ। ਸਾਹਿਬ ਸਾਨੂੰ ਇੱਕ ਪਿਟਫਾਲ ਤੋਂ ਬਚਾ ਰਹੇ ਹਨ ਕਿ ਅਸੀਂ ਨਿਰੰਕਾਰ ਨੂੰ ਬਾਹਰ ਰੂਪੀ ਹੋ ਕੇ ਨਾ ਦੇਖਣਾ ਸ਼ੁਰੂ ਕਰ ਦਈਏ। ਹਾਂ, ਉਹਦੇ ਵਿਕਾਸ ਵਿੱਚ ਜ਼ਰੂਰ ਅਸੀਂ ਆਨੰਦਿਤ ਹੋ ਸਕਦੇ ਹਾਂ, ਪਰ ਇਹ ਜਿਹੜਾ ਮਾਰਗ ਹੈ ਜਿਸ ਨੂੰ ਅਸੀਂ ਕਹਿ ਰਹੇ ਹਾਂ ਕਿ ਅਸੀਂ ਦੁਨੀਆ ਵਿੱਚ ਕਿਸ ਦਿਨ ਨੂੰ ਬਣਿਆ, ਕਿਸ ਤਰ੍ਹਾਂ ਹੋਇਆ, ਇਹ ਉਸ ਨੂੰ ਜਾਣਨ ਦਾ ਤਰੀਕਾ ਹੀ ਨਹੀਂ ਹੈ। ਉਹਨੂੰ ਜਾਣਨ ਦਾ ਤਰੀਕਾ ਅੰਤਰਮੁਖੀ ਹੋਣ ਦਾ ਹੈ। ਸੁਣੇ ਮੰਨੇ, ਜਿਹੜੇ ਸਾਨੂੰ ਸਾਹਿਬ ਆਦੇਸ਼ ਕਰਦੇ ਨੇ ਕਿ ਸੁਣਨ ਔਰ ਮੰਨਣ ਨਾਲ ਮਨ ਕੀਤਾ ਪਾਓ। ਔਰ ਭਾਵਨਾ ਉਹਦਾ ਰਸਤਾ ਹੈ। ਪ੍ਰੇਮ ਨੂੰ ਬੜਾ ਵੱਡਾ ਦਰਜਾ ਹੈ ਗੁਰੂ ਨਾਨਕ ਦੇ ਘਰ ਵਿੱਚ। ਸੁਣੀਏ ਮੰਨੀਏ ਮਨ ਕੀਤਾ ਪਾਓ, ਅੰਤਰਗਤ ਤੀਰਥ ਮੰਨਾ। ਮਹਾਰਾਜ ਸਾਨੂੰ ਇਹੋ ਜਿਹੇ ਦਰਸ਼ਨ ਕਰਾ ਰਹੇ ਹਨ ਜਿਹਦੇ ਨਾਲ ਅਸੀਂ ਦੁਨੀਆ ਦੇ ਅਧਿਆਤਮਕ ਦੇ ਪੱਖ ਨੂੰ ਜਾਣਨਾ ਸ਼ੁਰੂ ਕਰ ਦਈਏ ਕਿ ਉਹ ਕਿਸ ਤਰ੍ਹਾਂ ਮਿਲੇਗਾ, ਕਦੋਂ ਮਿਲੇਗਾ, ਕਿਵੇਂ ਮਿਲੇਗਾ। ਔਰ ਉਹਨਾਂ ਚੀਜ਼ਾਂ ਵਿੱਚ ਨਾ ਆਪਣੇ એનર્ਜੀ ਲਗਾਈਏ ਜਿੱਥੇ ਸਾਨੂੰ ਡੈਡ ਐਂਡ ਮਿਲਣ ਵਾਲਾ ਹੈ। ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ। ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ। ਉਸ ਨੂੰ ਕਿਵੇਂ ਆਖਾਂ ਮੈਂ, ਕਿਵੇਂ ਉਹਨੂੰ ਸਲਾਹਾਂ। ਮਹਾਰਾਜ ਆਪਣੇ ਆਪ ਨੂੰ ਦੱਸ ਰਹੇ ਹਨ ਕਿ ਮੈਂ ਨਿਰੰਕਾਰ ਦੀ ਗੱਲ ਕਿਵੇਂ ਆਖਾਂ। ਕਿਵ ਕਰ ਆਖਾਂ ਕਿਵ ਸਲਾਹੀ, ਕਿਵੇਂ ਉਹਨੂੰ ਸਲਾਹ। ਉਸਦੀ ਮੈਂ ਮੈਗਨੈਨਿਮਿਟੀ, ਉਸਦੀ ਮੈਂ ਡਾਇਮੈਂਸ਼ਨਸ, ਉਸਦੀ ਮੈਂ ਇਨਫਾਈਨਾਈਟ ਐਗਜ਼ਿਸਟੈਂਸ ਨੂੰ ਜਾਣ ਨਹੀਂ ਪਾ ਰਿਹਾ ਹਾਂ। ਖਾਸ ਕਰਕੇ ਇੰਦਰੀਆਂ ਤੋਂ ਨਹੀਂ ਜਾਣ ਪਾਵਾਂਗਾ ਤਾਂ ਸਾਹਿਬ ਆਪਣੇ ਆਪ ਨੂੰ ਛੋਟਾ ਗਿਣਾ ਰਹੇ ਹਨ ਕਿ ਮੈਂ ਨਹੀਂ ਆਖ ਸਕਦਾ। ਕਿਉਂ ਵਰਨੀ ਕਿਵ ਜਾਣਾ, ਕਿਵੇਂ ਜਾਣਾ ਉਸ ਨੂੰ, ਕੋਈ ਤਰੀਕਾ ਨਹੀਂ ਹੈ। ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ। ਮਹਾਰਾਜ ਸਾਨੂੰ ਇੱਕ ਹੋਰ ਗੱਲ ਦੱਸਦੇ ਨੇ ਕਿ ਇੱਥੇ ਸਾਰੇ ਹੀ ਐਕਸਪਰਟਸ ਨੇ ਦੁਨੀਆ 'ਚ। ਨਾਨਕ ਆਖਣ ਸਭ ਕੋ ਆਖੇ, ਸਭ ਕੋਈ ਆਖਦੇ ਨੇ, ਸਭ ਹੀ ਐਕਸਪਰਟਸ ਨੇ, ਇੱਕ ਦੂ ਇੱਕ ਸਿਆਣਾ। ਅਸੀਂ ਦੇਖਦੇ ਹੀ ਹਾਂ ਦੁਨੀਆ ਵਿੱਚ ਰੋਜ਼ ਅਧਿਆਤਮ ਦੀ ਖੇਡ ਵਿੱਚ ਕੋਈ ਕੰਪੀਟੀਸ਼ਨ ਕੋਈ ਘੱਟ ਨਹੀਂ ਹੈ। ਇੱਥੇ ਦੌੜ ਲੱਗੀ ਹੈ ਆਪਣੇ ਆਪ ਨੂੰ ਅਧਿਆਤਮੀ ਕਹਾਣ ਦਾ, ਆਪਣੀ ਫੋਲੋਇੰਗ ਬਣਾਉਣ ਦਾ। ਇੱਥੇ ਬੜੀ ਵੱਡੀ ਦੌੜ ਲੱਗੀ ਹੈ ਔਰ ਇਹ ਬਹੁਤ ਗਹਿਨ ਰੇਸ ਹੈ। ਇਹਦੇ ਵਿੱਚ ਕੰਪੀਟੀਸ਼ਨ ਵੀ ਬੜਾ ਹੁੰਦਾ ਹੈ। ਕਿਹਦਾ ਇਨਫਲੂਐਂਸ ਜ਼ਿਆਦਾ ਹੈ, ਕਿਹੜਾ ਗੁਰੂ ਅੱਜ ਕੱਲ੍ਹ ਜ਼ਿਆਦਾ ਪੈਸੇ ਵਾਲਾ ਹੈ, ਜ਼ਿਆਦਾ ਤਾਕਤ ਵਾਲਾ ਹੈ। ਇਹੋ ਜਿਹੇ ਕੰਮ ਵੀ ਹੁੰਦੇ ਨੇ, ਪਰ ਸਭ ਪਿਟਫਾਲਸ ਨੇ, ਇਹਨਾਂ 'ਚ ਕੋਈ ਰਿਐਲਿਟੀ ਨਹੀਂ ਹੈ। ਮਹਾਰਾਜ ਕਹਿ ਰਹੇ ਕਿ ਇੱਥੇ ਤਾਂ ਸਾਰੇ ਹੀ ਸਿਆਣੇ ਨੇ। ਜਿਹੜਾ ਜਾਣਨ ਵਾਲਾ ਹੈ ਉਹੀ ਇਹ ਕਹਿ ਸਕਦਾ ਹੈ। ਗੁਰੂ ਨਾਨਕ ਸਾਹਿਬ ਪ੍ਰਤੱਖ ਦਰਸ਼ਨ ਕਰਦੇ ਹਨ ਸੱਤ ਦੇ, ਇਸ ਕਰਕੇ ਇਹ ਕਹਿ ਰਹੇ ਹਨ ਸਾਨੂੰ ਕਿ ਇੱਥੇ ਬੇਵਕੂਫ ਬਣਾਉਣ ਵਾਲੇ ਵੀ ਬਥੇਰੇ ਨੇ। ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ। ਦੇਖੋ ਮਹਾਰਾਜ, ਇੱਥੇ ਤੇ ਮੱਥਾ ਟੇਕਿਆ ਜਾ ਸਕਦਾ, ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਵੱਡਾ ਸਾਹਿਬ ਵੱਡੀ ਨਾਈ। ਨਿਰੰਕਾਰ ਵੱਡਾ ਹੈ, ਉਹਦਾ ਨਾਮ
ਵੱਡਾ ਹੈ ਕੀਤਾ ਜਾਕਾ ਹੋਵੇ। ਇਹ ਗੱਲ ਨੂੰ ਸਮਝੀਏ ਅਸੀਂ, ਜੋ ਕਰਦਾ ਉਹੀ ਹੁੰਦਾ ਹੈ, ਜੋ ਕੀਤਾ ਉਹੀ ਹੋਇਆ। ਨਾਨਕ ਜੇ ਕੋ ਆਪੇ ਜਾਣੇ ਅੱਗੇ ਗਹਿ ਨਾ ਸੋਹੇ। ਅਗਰ ਕੋਈ ਕਹਿੰਦਾ ਕਿ ਮੈਨੂੰ ਪਤਾ ਲੱਗ ਗਿਆ, ਮੈਨੂੰ ਗਿਆਨ ਹੈ, ਤਾਂ ਅੱਗੇ ਉਹਨੂੰ ਕੋਈ ਸ਼ੋਭਾ ਨਹੀਂ ਮਿਲਣ ਲੱਗੀ, ਉਹਨੂੰ ਕੋਈ ਬਹੁਤਾ ਮਾਣ ਨਹੀਂ ਮਿਲਣ ਲੱਗਾ, ਧੋਖਾ ਹੀ ਮਿਲੇਗਾ, ਕਿਉਂਕਿ ਉਸਨੇ ਆਪਣੇ ਆਪ ਨਾਲ ਔਰ ਨਿਰੰਕਾਰ ਨਾਲ ਧੋਖਾ ਕੀਤਾ ਹੈ। ਸੱਤ ਦੇ ਵਪਾਰੀ ਜੋ ਸੱਤ ਨੂੰ ਜਾਣ ਲੈਂਦੇ ਨੇ, ਭਗਤ ਕਬੀਰ ਕਹਿੰਦੇ ਹੈ ਕਿ ਬਾਰ-ਬਾਰ ਹਮ ਕਿਉਂ ਖੋਲੇ, ਹੀਰਾ ਪਾਇਓ ਗਾਂਠ ਬੰਦਾਇਓ, ਬਾਰ-ਬਾਰ ਹਮ ਕਿਉਂ ਖੋਲੇ। ਫਿਰ ਇਹਨਾਂ ਦੀ ਗੱਲ ਵੀ ਇਸ਼ਾਰਨ ਮਾਤਰ ਹੈ, ਇਸ਼ਾਰਾ ਕਰਦੇ ਹਨ, ਇਹਦਾ ਟ੍ਰੇਡ ਨਹੀਂ ਕਰਨ ਨਿਕਲ ਜਾਂਦਾ ਉਹ। ਮੈਨੂੰ ਲੱਗਦਾ ਸਾਹਿਬ ਦੇ ਅੱਜ ਦੀ ਪੌੜੀ ਬੜੀ ਦਰਸ਼ਨੀਕ ਹੈ, ਬੜੀ ਅਪਲਿਫਟਿੰਗ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਇਸ ਪੌੜੀ ਵਿੱਚ ਕਿੰਨੇ ਪ੍ਰਤੱਖ ਦਿਖਦੇ ਹਨ। ਮੈਨੂੰ ਆਪ ਨੂੰ ਵੀ ਆਸ ਕਰਦਾ ਹਾਂ ਦਿਖਦੇ ਹੋਣਗੇ। ਭੁੱਲਾਂ ਚੁੱਕਾ ਦੀ ਸ਼ਿਮਾ ਦੇਣਾ, ਪਰ ਮੈਂ ਥੋੜਾ ਬਾਹਰ ਆ ਕੇ ਬੈਠਾ, ਕੀੜੇ ਮੇਰੇ ਆਲੇ ਦੁਆਲੇ ਘੁੰਮਦੇ ਆ, ਤੇ ਅੱਜ ਦੀ ਵਿਚਾਰ ਇੱਥੇ ਹੀ ਅਗਰ ਪ੍ਰਵਾਨ ਕਰੀਏ, ਆਪ ਪ੍ਰਵਾਨ ਕਰ ਲਓ, ਕੱਲ ਕੋ ਹੋਰ ਸੋਚਾਂਗੇ ਵਿਧੀ ਕਿਸ ਤਰ੍ਹਾਂ ਕਰਨਾ ਹੈ। ਧੰਨਵਾਦ ਹੈ ਆਪ ਲੋਕਾਂ ਦਾ। ਆਪ ਸਮੇਂ ਮੇਰਾ ਬਦਲਿਆ ਤਾਂ ਫਿਰ ਵੀ ਹਾਜ਼ਰ ਹੋਏ ਹੋ। ਆਪ ਦਾ ਪ੍ਰੇਮ ਹੈ, ਆਪ ਦਾ ਸਾਥ ਹੈ, ਸੰਗਤ ਹੈ, ਜਿਹੜਾ ਇੱਕ ਦੂਜੇ ਨੂੰ ਅਸੀਂ ਸਮਝਾਉਣ ਨੂੰ ਨਿਕਲ ਪਾਉਂਦੇ ਹਾਂ। ਤੁਹਾਡੇ ਤੋਂ ਮੇਰਾ ਮਨ ਸਮਝਦਾ ਹੈ, ਮੇਰੇ ਤੋਂ ਤੁਹਾਡਾ ਮਨ ਸਮਝਦਾ ਹੈ। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸੰਗਤ ਸ਼ਬਦ ਦੀ ਬਣੇ, ਸ਼ਬਦ ਦਾ ਮਨ ਵਿੱਚ ਪ੍ਰਗਟਾਵਾ ਹੋਏ। ਕੋਈ ਅਗਰ ਕੁਝ ਕਹਿਣਾ ਚਾਹੇ, ਕੁਝ ਪੁੱਛਣਾ ਚਾਹੇ, ਜ਼ਰੂਰ ਹਾਜ਼ਰ ਨੇ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।